So, my dear friends and my dear gods, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਸਾਡਾ ਹੁਣ ਰਿਵੀਜ਼ਨ ਚੱਲ ਰਹੀ ਹੈ ਕਿ ਅਸੀਂ ਪਿਛਲੇ ਹਫਤੇ ਕੀ ਕੀਤਾ ਸੀ, ਪਿਛਲੇ ਹਫਤੇ ਜੋ ਕੁਝ ਵੀ ਅਸੀਂ ਸਿੱਖਿਆ ਅਸੀਂ ਉਸ ਦੀ ਰਿਵੀਜ਼ਨ ਕਰ ਰਹੇ ਹਾਂ। ਕੱਲ 4 ਦਿਨਾਂ ਦੀ ਅਸੀਂ ਰਿਵੀਜ਼ਨ ਕਰ ਲਈ ਸੀ, ਕਿਉਂਕਿ ਰਿਵੀਜ਼ਨ ਕਰਨੀ ਵੀ ਜ਼ਰੂਰੀ ਹੁੰਦੀ ਹੈ। ਅੱਗਾ ਦੌੜ ਤੇ ਪਿੱਛਾ ਚੌੜ, ਨਹੀਂ ਤਾਂ ਉਹ ਵਾਲੀ ਗੱਲ ਬਣ ਜਾਂਦੀ ਹੈ ਕਿ ਅੱਗੇ ਅੱਗੇ ਚੱਲੀ ਜਾ ਰਹੇ ਹਾਂ, ਪਿਛਲਾ ਸਾਰਾ ਅਸੀਂ ਭੁੱਲੀ ਜਾ ਰਹੇ ਹਾਂ। ਤਾਂ ਇੱਕ ਹਫਤੇ ਬਾਅਦ ਇਸ ਬੁੱਕ ਦੇ ਵਿੱਚ 7 ਦਿਨਾਂ ਤੋਂ ਬਾਅਦ ਫਿਰ ਇੱਕ ਇਸ ਤਰ੍ਹਾਂ ਦਾ ਰਿਵਿਊ ਚੈਪਟਰ ਆਏਗਾ, ਜਿੱਥੇ ਸਾਨੂੰ ਪਿਛਲੇ ਪੂਰੇ 7 ਦਿਨਾਂ ਦਾ ਨਿਚੋੜ ਜਿਹੜਾ ਹੈ ਸਾਨੂੰ ਮਿਲੇਗਾ, ਜਿਹੜਾ ਕਿ ਅਸੀਂ ਕੱਲ ਦਾ ਕਰ ਰਹੇ ਹਾਂ। ਤਾਂ ਅੱਜ ਜਿਹੜਾ ਸਾਡਾ ਡੇ ਹੈ 5th ਡੇ ਹੈ, ਜਿਸ ਦੇ ਬਾਰੇ ਅਸੀਂ ਰਿਵਾਈਜ਼ ਕਰਨਾ ਹੈ ਕਿ ਅਸੀਂ 5ਵੇਂ ਹਫਤੇ ਅਸੀਂ ਕੀ ਸਿੱਖਿਆ। ਅਗੇਨ प्रार्थना तो ही शुरुआत होने वाली है। प्रार्थना है कि ਜਦੋਂ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਹੈ ਔਰ ਰਾਤ ਨੂੰ ਸੌਣ ਦੇ ਟਾਈਮ, ਕਿ 2 ਟਾਈਮ ਹੀ ਸਾਡੇ ਬਹੁਤ ਇੰਪੋਰਟੈਂਟ ਹੁੰਦੇ ਨੇ। ਸਵੇਰੇ ਉੱਠਦੇ ਸਾਰ ਅਸੀਂ ਜਿਹਨੂੰ ਕਹਿੰਦੇ ਨਾ ਅਰਧ ਚੇਤਨ ਅਵਸਥਾ ਦੇ ਵਿੱਚ, ਨਾ ਅਸੀਂ ਪੂਰੇ ਜਾਗੇ ਹੁੰਨੇ ਆ, ਨਾ ਅਸੀਂ ਪੂਰੇ ਸੁੱਤੇ ਹੁੰਨੇ ਆ। ਔਰ ਉੱਠਦਿਆਂ ਸਾਰ ਇਹ ਪ੍ਰੇਅਰ ਉਦੋਂ ਨਹੀਂ ਕਰਨੀ ਕਿ ਅਸੀਂ ਕੁਝ ਕੋਸ਼ਿਸ਼ ਕਰੀਏ ਕਮ ਸੇ ਕਮ ਕਿ ਅਸੀਂ ਬੈੱਡ ਦੇ ਉੱਤੇ ਬੈਠ ਕੇ ਹੀ ਉਸੇ ਜਿਹਨੂੰ ਅਰਧ ਚੇਤਨ ਅਵਸਥਾ ਕਹਿੰਦੇ, ਸਬਕੌਂਸ਼ੀਅਸ ਮਾਈਂਡ ਸਾਡਾ ਹਾਲੇ ਜਾਗਿਆ ਨਹੀਂ ਹੁੰਦਾ, ਅਸੀਂ ਉਸੇ ਅਵਸਥਾ ਦੇ ਵਿੱਚ ਹੁੰਨੇ ਆ। ਤੇ ਉਸ ਟਾਈਮ ਹੀ ਤੁਰੰਤ ਅਸੀਂ ਪ੍ਰਾਰਥਨਾ ਸ਼ੁਰੂ ਕਰ ਦਈਏ, ਉਹਦਾ ਅਸਰ ਜ਼ਿਆਦਾ ਹੁੰਦਾ ਹੈ। ਰਾਤ ਨੂੰ ਵੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਰਾਤੀ ਵੀ ਅਸੀਂ ਨੀਂਦ ਦੀ ਤਿਆਰੀ ਦੇ ਵਿੱਚ ਹੁੰਨੇ ਆ, ਤੇ ਸਾਡਾ ਜਿਹੜਾ ਕੌਂਸ਼ੀਅਸ ਮਾਈਂਡ ਹੈ, ਜਿਹੜਾ ਸਾਰਾ ਦਿਨ ਇੱਧਰ ਉੱਧਰ ਫਿਰਦਾ ਰਹਿੰਦਾ, ਉਹ ਵਿਚਾਰਾ ਸ਼ਾਂਤ ਹੋ ਜਾਂਦਾ ਹੈ ਔਰ ਅਸੀਂ ਆਪਣੇ ਪਰਮਾਤਮਾ ਦੇ ਨਾਲ ਇੱਕਮਿਕ ਹੋਣ ਨੂੰ ਸਾਨੂੰ ਸਮੇਂ ਮਿਲ ਜਾਂਦਾ। ਉਹ ਜਿਹੜਾ ਵੀ ਉਸ ਟਾਈਮ ਤੇ ਮੈਸੇਜ ਦਿੱਤਾ ਜਾਂਦਾ ਉਹ ਸਿੱਧਾ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚਲਾ ਜਾਂਦਾ ਹੈ। ਇਸ ਕਰਕੇ ਦਿਨ ਦੀ ਸ਼ੁਰੂਆਤ ਔਰ ਰਾਤ ਦੇ ਐਂਡ ਦੇ ਵਿੱਚ ਪ੍ਰਾਰਥਨਾ, ਕੋਈ ਵੀ ਪ੍ਰਾਰਥਨਾ ਇਹ ਨਹੀਂ ਹੈ, ਜੋ ਵੀ ਅਸੀਂ ਪ੍ਰਾਰਥਨਾ ਕਰੀਏ ਉਸ ਟਾਈਮ ਕਰਨੀ ਸਬਕੌਂਸ਼ੀਅਸ ਮਾਈਂਡ ਲਈ ਫਰੂਟਫੁਲ ਰਹਿੰਦੀ ਹੈ। ਤੇ ਫਿਰ ਅਗੇਨ ਹੁਣ ਜਿਹੜੀ 5th ਦੇ ਅਸੀਂ ਪ੍ਰਾਰਥਨਾ ਕਰਨੀ ਹੈ ਉਹ ਹੈ ਕਿ ਉਹੀ ਅਕਾਲ ਪੁਰਖ ਜੀ, ਮੇਰੇ ਵਾਹਿਗੁਰੂ ਜੀ, ਤੁਸੀਂ ਮੇਰੇ ਕ੍ਰੀਏਟਰ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਹਰ ਨੈਗੇਟਿਵਿਟੀ ਤੋਂ, ਹਰ ਇਲੂਜ਼ਨ ਜਿਹੜੀ ਕਿ ਮਾਇਆ ਜਾਲ ਮੇਰੇ ਆਸੇ ਪਾਸੇ ਫੈਲਿਆ ਹੋਇਆ ਹੈ, ਔਰ ਜਿਹੜੀ ਕਿ ਕਿਉਂਕਿ ਮੈਂ ਆਪਣੇ ਆਪ ਨੂੰ ਸ਼ਰੀਰ ਮੰਨ ਰਹੀ ਹਾਂ, ਤਾਂ ਇਹ ਸੱਚਾਈ ਨਹੀਂ ਹੈ, ਸਭ ਤੋਂ ਵੱਡਾ ਝੂਠ ਹੈ ਜਿਹੜਾ ਮੈਂ ਖੁਦ ਆਪਣੇ ਆਪ ਨਾਲ ਹੀ ਬੋਲ ਰਹੀ ਹਾਂ। ਤੁਸੀਂ ਮੈਨੂੰ ਇਹਦੇ ਤੋਂ ਦੂਰ ਰੱਖ ਰਹੇ ਹੋ। ਇਹ ਅਸੀਂ ਅਕਾਲ ਪੁਰਖ ਨੂੰ ਪ੍ਰਾਰਥਨਾ ਕਰਨੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤੁਸੀਂ ਮੈਨੂੰ ਬਿਲਕੁਲ ਪਿਓਰ ਰੱਖਿਆ ਮੇਰੇ ਥਾਟ ਦੇ ਵਿੱਚ ਔਰ ਮੇਰੇ ਐਕਸ਼ਨ ਦੇ, ਮੇਰੇ ਵਿਚਾਰ ਜਿਹੜੇ ਨੇ ਉਹ ਤੁਸੀਂ ਬਿਲਕੁਲ ਸ਼ੁੱਧ ਰੱਖੇ। ਕਿਉਂਕਿ ਮੇਰੇ ਵਿਚਾਰ ਸ਼ੁੱਧ ਹੋ ਗਏ ਤਾਂ ਜਿਹੜੇ ਮੇਰੇ ਐਕਸ਼ਨਸ ਹੋ ਰਹੇ ਨੇ ਉਹ ਵੀ ਬਿਲਕੁਲ ਪਿਓਰ ਔਰ ਬਿਲਕੁਲ ਸ਼ੁੱਧ ਹੋ ਰਹੇ ਨੇ। ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਤੁਸੀਂ ਮੈਨੂੰ ਦੱਸਿਆ ਕਿ ਮੈਂ ਆਪਣੀ ਦੁਨੀਆ ਦਾ, ਜਿਹੜੀ ਮੇਰੀ ਦੁਨੀਆ ਹੈ, ਇਹਦਾ ਮੈਂ ਬੇਤਾਜ ਬਾਦਸ਼ਾਹ ਹਾਂ। ਜਿਸ ਤਰ੍ਹਾਂ ਤੁਸੀਂ ਆਪਣੀ ਦੁਨੀਆ ਦੇ ਬੇਤਾਜ ਬਾਦਸ਼ਾਹ ਹੋ, ਇਸ ਤਰ੍ਹਾਂ ਮੈਂ ਵੀ ਆਪਣੀ ਦੁਨੀਆ ਦੀ ਬੇਤਾਜ ਬਾਦਸ਼ਾਹ ਹਾਂ। ਇਹ ਮੈਨੂੰ ਯਾਦ ਦਿਲਾਉਣ ਲਈ, ਇਹ ਮੈਨੂੰ ਕਲੀਅਰ ਕੱਟ ਦੱਸਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਦੋਂ ਖਾਸ ਕਰ ਉਦੋਂ ਜਦੋਂ ਕਿ ਮੈਂ ਭੁੱਲ ਜਾਂਦੀ ਹਾਂ, ਜਦੋਂ ਮੈਂ ਇਸ ਮਾਇਆ ਜਾਲ ਦੇ ਵਿੱਚ ਪਕੜੀ ਜਾਂਦੀ ਹਾਂ, ਉਦੋਂ ਤੁਸੀਂ ਮੈਨੂੰ ਇਹ ਕਲੀਅਰ ਕੱਟ ਦੱਸ ਦਿੰਦੇ ਹੋ ਮੈਂ ਆਪਣੀ ਦੁਨੀਆ ਦੀ ਰਚਾਇਤਾ ਖੁਦ ਹਾਂ। ਪਲੀਜ਼ ਤੁਸੀਂ ਮੇਰੇ ਨਾਲ ਹੀ ਰਹੋ, ਹਰ ਕਦਮ ਦੇ ਉੱਤੇ ਮੇਰੇ ਨਾਲ ਕਦਮ ਮਿਲਾ ਕੇ ਚਲੋ। ਜਦੋਂ ਵੀ ਕੋਈ ਬੈਡ ਇਨਫਲੂਐਂਸ ਜਾਂ ਅਨਵਾਂਟਡ ਗੈਸਟ ਮੇਰੇ ਔਰਾ ਦੇ ਵਿੱਚ ਆ ਜਾਂਦਾ ਹੈ ਔਰ ਮੈਂ ਐਂਗਰੀ ਹੋ ਜਾਂਦੀ ਹਾਂ, ਗੁੱਸੇ 'ਚ ਆ ਜਾਂਦੀ ਹਾਂ, ਡਰ ਜਾਂਦੀ ਹਾਂ ਬਹੁਤ ਜ਼ਿਆਦਾ ਔਰ ਇਰੀਟੇਬਲ ਹੋ ਜਾਂਦੀ ਹਾਂ ਨਾ, ਚਿੜਚਿੜਾਹਟ ਆ ਜਾਂਦੀ ਸਾਡੇ ਅੰਦਰ, ਮੈਨੂੰ ਲੱਗਦਾ ਮੈਂ ਥੱਕ ਗਈ ਹਾਂ ਔਰ ਮੇਰੇ 'ਚ ਜਾਨ ਹੀ ਨਹੀਂ ਹੈਗੀ, ਇਹੋ ਜਿਹਾ ਕੋਈ ਹੋਰ ਨੈਗੇਟਿਵ ਇਮੋਸ਼ਨ ਜਦੋਂ ਮੇਰੇ ਅੰਦਰ, ਮੇਰੇ ਉੱਤੇ ਮੈਨੂੰ ਹਾਵੀ ਹੋ ਜਾਂਦਾ ਮੇਰੇ ਉੱਤੇ, ਉਸ ਟਾਈਮ ਦੇ ਉੱਤੇ ਤੁਸੀਂ ਮੇਰੇ ਨਾਲ ਰਹੋ, ਮੇਰੀ ਸਹਾਇਤਾ ਕਰੋ। ਇਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਗੁਜ਼ਾਰਿਸ਼ ਕਰਨੀ ਹੈ ਕਿ ਤੁਸੀਂ ਮੇਰੇ ਨਾਲ ਉਸ ਟਾਈਮ ਤੇ ਰਹੋ। ਹੁਣ ਜਿਹੜਾ 5th ਡੇ ਜਦੋਂ ਸਾਡਾ ਹੋਏਗਾ, ਜਦੋਂ ਅਸੀਂ ਆਪਣਾ ਕੁਆਇਟ ਪੀਰੀਅਡ, ਜਦੋਂ ਅਸੀਂ ਮੌਨ ਦੇ ਵਿੱਚ ਬੈਠਣਾ ਹੈ, ਆਈ ਹੋਪ ਅਸੀਂ ਸਾਰੇ ਮੌਨ ਦੇ ਵਿੱਚ ਬੈਠ ਰਹੇ ਹੋਵਾਂਗੇ, ਕਿਉਂਕਿ 15 ਮਿੰਟ ਦਾ ਮੌਨ ਖੁਦ ਦੇ ਨਾਲ ਗੱਲਬਾਤ ਕਰਨੀ, ਇਹ ਬਹੁਤ ਇੰਪੋਰਟੈਂਟ ਹੈ। ਅਗਰ ਅਸੀਂ ਖੁਦ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਤਾਂ ਬਾਕੀ ਦੇ ਪ੍ਰੋਸੈਸ ਹੋਣ ਹੀ ਨਹੀਂ ਵਾਲੇ। ਤਾਂ ਜਿਹੜਾ 15 ਮਿੰਟ ਦਾ ਅਸੀਂ ਕੁਆਇਟ ਪੀਰੀਅਡ ਫਰਸਟ ਚੈਪਟਰ 'ਚ ਅਸੀਂ ਡੇ 1 ਤੋਂ ਹੀ ਅਸੀਂ ਕਿਹਾ ਸੀਗਾ ਕਿ ਅਸੀਂ ਖੁਦ ਨੂੰ ਦੇਣਾ ਹੈ।
ਉਹਦੇ ਚ ਜਿਹੜੀ ਸਾਡੀ ਹੁਣ ਹੈਬਿਟ ਬਣ ਚੁੱਕੀ ਹੈ ਕਿ ਅਸੀਂ ਆਪਣੇ ਔਰਾ ਨੂੰ ਕਲੀਅਰ ਕਰ ਲੈਣਾ ਹੈ, ਜਿਹੜੇ ਵੀ ਸਾਡੇ ਅਨਵਾਂਟਡ ਗੈਸਟ ਆਏ ਅੰਦਰ ਆ ਚੁੱਕੇ ਨੇ, ਔਰ ਆਪਣੇ ਔਰਾ ਨੂੰ ਕਲੀਨ ਕਰਨਾ ਹੈ, ਔਰ ਆਪਣੇ ਆਪ ਨੂੰ ਪਰਮਾਤਮਾ ਦੇ ਜਿਹੜੇ ਗੁਣ ਨੇ ਉਹਨਾਂ ਦੇ ਨਾਲ ਇੱਕ ਮਿਕ ਕਰ ਲੈਣਾ, ਆਪਣੇ ਆਪ ਨੂੰ ਉਹਨਾਂ ਦੇ ਨਾਲ ਮਿਲਿਆ ਹੋਇਆ ਮਹਿਸੂਸ ਕਰਨਾ, ਫੀਲ ਕਰਨਾ ਕਿ ਪਰਮਾਤਮਾ ਦੇ ਗੁਣ ਔਰ ਮੇਰੇ ਗੁਣ ਇੱਕੋ ਜਿਹੇ ਨੇ। ਔਰ ਇਹ ਜਿਹੜਾ ਮੇਰਾ ਇਹ ਜਿਹੜਾ ਕੁਆਇਟ ਪੀਰੀਅਡ 5th ਡੇ ਦੇ ਵਿੱਚ ਹੋਏਗਾ, ਇਹ ਮੈਂ ਕੀ ਕਰਨਾ ਹੈ, ਆਪਣੀਆਂ ਫੀਲਿੰਗਸ ਨੂੰ, ਜਿਹੜੀਆਂ ਮੇਰੇ ਭਾਵ ਮੇਰੇ ਅੰਦਰ ਫੀਲਿੰਗ ਮੇਰੇ ਅੰਦਰ ਉੱਠ ਰਹੀਆਂ ਨੇ, ਉਹਨਾਂ ਨੂੰ ਫੇਰ ਤੋਂ ਕਰਨਾ, ਤਾਂ ਕਿ ਜਿਹੜਾ ਸਾਡਾ ਕਲੀਅਰ ਸਿਗਨਲ ਸਾਡਾ ਮਿਲੇ 15 ਮਿੰਟ ਦਾ ਜਿਹੜਾ ਟਾਈਮ ਹੈ, ਉਹਦੇ ਚ ਮੈਂ ਆਪਣੀ ਭਾਵ ਨੂੰ ਚੈੱਕ ਕਰਨਾ ਹੈ, ਫੀਲਿੰਗਸ ਨੂੰ ਚੈੱਕ ਕਰਨਾ ਹੈ, ਔਰ ਦੇਖਣਾ ਕਿ ਤੇ ਫੀਲਿੰਗਸ ਦੇ ਵਿੱਚ ਮੇਰੇ ਕੋਈ ਅਨਵਾਂਟਡ ਗੈਸਟ ਤੋਂ ਨਹੀਂ ਆ ਗਿਆ, ਕੋਈ ਅਵਾਂਛਿਤ ਪ੍ਰਭਾਵ ਮੇਰੇ ਔਰਾ ਦੇ ਅੰਦਰ ਜਾਂ ਮੇਰੀ ਫੀਲਿੰਗਸ ਦੇ ਵਿੱਚ ਤੋਂ ਨਹੀਂ ਆ ਕੇ ਬੈਠ ਗਿਆ। ਔਰ ਅਗਰ ਆ ਗਿਆ ਹੈ ਤੇ ਅਸੀਂ ਉਹਨੂੰ ਕਲੀਅਰ ਸਿਗਨਲ ਮੰਗਣਾ ਹੈ, ਕਿ ਕਲੀਅਰ ਸਿਗਨਲ ਅਸੀਂ ਪਿੱਛੇ ਦੇਖਿਆ ਸੀਗਾ ਕਿ ਕੋਈ ਅਨਵਾਂਟਡ ਇਨਫਲੂਐਂਸ ਸਾਡੇ ਔਰਾ ਦੇ ਵਿੱਚ ਆਂਦਾ, ਉਹਦਾ ਅਲੱਗ ਸਿਗਨਲ ਸੀ, ਜਿਹੜਾ ਮੇਰੀ ਫੀਲਿੰਗ ਦੇ ਵਿੱਚ ਆ ਰਿਹਾ, ਜਿਹੜੇ ਕਿ ਡਰ ਦੀ ਫੀਲਿੰਗ, ਗੁੱਸੇ ਦੀ ਫੀਲਿੰਗ, ਇਰੀਟੇਸ਼ਨ, ਐਗਜ਼ੌਸਸ਼ਨ, ਗਿਲਟ ਦੀ ਭਾਵ ਆ ਜਾਣਾ, ਦੁੱਖ ਦੀ ਫੀਲਿੰਗ ਦਾ ਆ ਜਾਣਾ, ਇਹ ਸਾਰੀਆਂ ਜਦੋਂ ਫੀਲਿੰਗ ਸਾਡੇ ਅੰਦਰ ਆ ਜਾਂਦੀਆਂ ਨੇ, ਤੇ ਇਹਦਾ ਵੀ ਅਸੀਂ ਕਲੀਅਰ ਕੱਟ ਸਿਗਨਲ ਮੰਗਿਆ ਸੀਗਾ ਕਿ ਇਹ ਜਾਂ ਤਾਂ ਮੇਰੇ ਖੁਦ ਦੇ ਹੋ ਸਕਦਾ ਹੈ ਕਿ ਇਹ ਮੇਰਾ ਖੁਦ ਦਾ ਹੀ ਸੰਸਕਾਰ ਹੋਏ, ਔਰ ਇਹ ਵੀ ਹੋ ਸਕਦਾ ਹੈ ਕਿ ਇਹ ਬਾਹਰੋਂ ਬੈਡ ਇਨਫਲੂਐਂਸ ਬਾਹਰੋਂ ਆਇਆ ਹੋਏ। ਇਹਦੇ ਲਈ ਵੀ ਅਸੀਂ ਕਲੀਅਰ ਸਿਗਨਲ ਉਦੋਂ ਅਸੀਂ ਡਿਮਾਂਡ ਕੀਤੀ ਸੀ ਆਪਣੇ ਹਾਇਰ ਸੈਲਫ ਤੋਂ, ਆਪਣੇ ਅਕਾਲ ਪੁਰਖ ਦਾ ਉਹ ਮੇਰਾ ਪੋਰਸ਼ਨ, ਗੁਰਮੁਖ ਵਾਲਾ ਪਾਠ ਜਿਹੜਾ ਮੇਰਾ ਮਾਲਕ ਦੇ ਨਾਲ, ਸਾਈਂ ਦੇ ਨਾਲ ਜੁੜਿਆ ਹੋਇਆ ਹੈ, ਤੇ ਉਹਦੇ ਕੋਲੋਂ ਅਸੀਂ ਸਿਗਨਲ ਮੰਗ ਲੈਣਾ, ਤਾਂ ਕਿ ਸਾਨੂੰ ਕਲੀਅਰ ਕੱਟ ਹੋ ਜਾਏ ਕਿ ਇਹ ਬੈਡ ਇਨਫਲੂਐਂਸ ਹੈ ਜਾਂ ਮੇਰਾ ਹੀ ਸੰਸਕਾਰ ਹੈ। ਔਰ ਸਿਗਨਲ ਤੋਂ ਅਗਰ ਸਿਗਨਲ ਆ ਗਿਆ, ਤੇ ਅਗਰ ਸਿਗਨਲ ਮਿਲਣ ਤੋਂ ਬਾਅਦ ਅਸੀਂ ਫਿਰ ਉਹੀ ਕਰਨਾ ਹੈ, ਫਿਰ ਅਗਰ ਬੈਡ ਇਨਫਲੂਐਂਸ ਹੈ ਤੇ ਉਸ 6 ਪੰਕਤੀਆਂ ਨੂੰ ਬੋਲ ਕੇ, ਜਿਹੜੀਆਂ ਪੰਕਤੀਆਂ ਸੀ ਉਹਦੇ ਨਾਲ ਅਸੀਂ ਉਹਨੂੰ 6 ਲਾਈਨਾਂ ਬੋਲ ਕੇ ਅਸੀਂ ਉਹਨੂੰ ਹੀਲ ਕਰਨਾ, ਉਸ ਫੀਲਿੰਗ ਨੂੰ ਹੀਲ ਕਰਨਾ, ਯਾਨੀ ਮਰਹਮ ਲਗਾਣੀ ਹੈ। ਡਾਕਟਰ ਦੇ ਕੋਲ ਜਾਓ ਤਾਂ ਡਾਕਟਰ ਮਰਹਮ ਪੱਟੀ ਕਰ ਦਿੰਦਾ, ਇਲਾਜ ਪਹਿਲੇ ਦੇਖਦਾ ਵੀ ਹੈ ਨਾ ਕਿ ਬਿਮਾਰੀ ਕਿੱਥੋਂ ਆਈ ਹੈ, ਤੇ ਅਸੀਂ ਵੀ ਦੇਖਣਾ ਜਿਹੜਾ ਇਰੀਟੇਸ਼ਨ ਹੈ, ਗੁੱਸਾ ਹੈ, ਜੋ ਵੀ ਮੇਰੀ ਬੈਡ ਫੀਲਿੰਗ ਇਸ ਦੇ ਵਿੱਚ ਮੈਂ ਇਸ ਟਾਈਮ ਹੁਣ ਇਸ क्षण ਹਾਂ, ਉਹ ਕਿੱਥੋਂ ਆਈ ਹੈ, ਔਰ ਕਿੱਥੋਂ ਆਉਣ ਤੋਂ ਬਾਅਦ ਅਸੀਂ ਉਹਦੇ ਤੇ ਮਰਹਮ ਪੱਟੀ ਕਰਨੀ ਹੈ, ਹੀਲ ਕਰ ਦੇਣਾ। ਔਰ ਉਹੀ ਗੱਲ ਫਿਰ ਕੀ ਕਰਨਾ ਹੈ, ਪਿਆਰ ਭੇजना है, प्यार जरूर भेजना है, क्योंकि लव एनर्जी एक ही एनर्जी है, लव, प्यार और विश्वास जरूर ਅਸੀਂ लव एनर्जी ਦੇ ਨਾਲ ਹੀਲ ਕਰਨਾ, ਮਰਮ ਪੱਟੀ ਲਗਾ ਦੇਣੀ ਉਹਦੇ ਤੇ। ਔਰ ਧਿਆਨ ਕੀ ਰੱਖਣਾ ਹੈ ਕਿ ਜਿਹੜੇ ਵੀ ਸਾਡੇ ਵਿਚਾਰ, ਮੇਰੇ ਆਸੇ-ਪਾਸੇ ਵੀ ਵਿਚਾਰ ਹੀ ਘੁੰਮ ਰਹੇ ਨੇ, पूरी मेरी हुण देखण नूं मैं कुछ बिल्कुल इस टाइम मेरे आसे पासे कुछ नहीं है, लेकिन अगर मैं ਜਿਹੜੇ ਸਾਧੂ ਸੰਤ ਕਹਿ ਲਈਏ ਜਾਂ ਜਿਹੜੇ ਸਪਿਰਿਚੁਅਲ ਸਾਇੰਟਿਸਟ ਨੇ, ਉਹਨਾਂ ਨੂੰ ਪਤਾ ਕਿ ਵਿਚਾਰ ਮੇਰੇ ਦੁਆਰਾ ਆਸੇ-ਪਾਸੇ ਵਿਚਾਰਾਂ ਦਾ ਇੱਕ ਗੜ ਹੈ, ਜਿਹੜਾ ਲਹਿਰਾਂ ਘੁੰਮੀ ਜਾ ਰਹੀਆਂ ਨੇ, ਉਹਨਾਂ ਵਿਚਾਰਾਂ ਦੇ ਵਿੱਚੋਂ ਮੈਂ ਹਾਂ, ਔਰ ਬਾਈ ਡਿਫਾਲਟ ਜਿਹਦੇ ਪ੍ਰਤੀ ਮੈਂ ਅਟਰੈਕਟ ਹੁੰਨੀ ਆ ਜਾਂ ਮੈਂ ਓਪਨ ਹੁੰਨੀ ਆ, ਉਹਨੂੰ ਮੈਂ ਚੀਜ਼ ਰਿਸੀਵ ਕਰ ਲੈਣੀ ਆ। ਠੀਕ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਰੇਡੀਓ ਦੇ ਵਿੱਚ ਅਸੀਂ ਬਹੁਤ ਸਾਰੀਆਂ ਵੇਵਸ ਘੁੰਮ ਰਹੀਆਂ ਹੁੰਦੀਆਂ ਨੇ, ਅਸੀਂ ਆਪਣੀ ਟਿਊਨਿੰਗ ਸੈੱਟ ਕਰਦੇ ਆ, ਤੇ ਅਸੀਂ ਜਿਸ ਚੀਜ਼ ਲਈ ਓਪਨ ਹੁੰਨੇ ਆ, ਉਹ ਜਿਹੇ ਵਿਚਾਰ ਸਾਡੇ ਅੰਦਰ ਆਣੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਜਿਹੜੇ ਸਾਡੇ ਆਸੇ-ਪਾਸੇ ਵਿਚਾਰ ਘੁੰਮ ਰਹੇ ਨੇ, ਉਹਨਾਂ ਨੂੰ ਵੀ ਅਸੀਂ ਕਹਿਣਾ ਹੈ ਕਿ ਮੇਰੇ ਆਸੇ-ਪਾਸੇ ਦੇ ਜਿੰਨੇ ਵੀ ਵਿਚਾਰ ਨੇ, ਉਹਨਾਂ ਨੂੰ ਵੀ ਅਸੀਂ ਹੀਲ ਕਰਨਾ। ਉਹ ਵੀ ਅਸੀਂ 5th ਚੈਪਟਰ ਦੇ ਵਿੱਚ ਸਿੱਖ ਚੁੱਕੇ ਸੀ, ਉਹੀ ਅਸੀਂ ਇਹਦੇ ਚ ਫਿਰ ਤੋਂ ਰਿਪੀਟ ਕਰਨਾ। ਸਾਰਾ ਦਿਨ ਅਸੀਂ ਬੈਠ ਕੇ ਕੀ ਕਰਨਾ ਹੈ, ਸਾਰਾ ਦਿਨ ਅਸੀਂ ਪਿਆਰ ਨੂੰ ਭੇਜੀ ਜਾਣਾ ਹੈ, ਲਵ ਐਨਰਜੀ ਨੂੰ ਆਪਣੇ ਹਿਰਦੇ ਦੇ ਵਿੱਚੋਂ ਪ੍ਰੋਡਿਊਸ ਕਰਕੇ। ਪ੍ਰੋਡਕਸ਼ਨ ਕੀ ਹੈ, ਮੇਰਾ ਹਿਰਦਾ, ਔਰ ਉਹਦੇ ਚੋਂ ਪ੍ਰੋਡਕਸ਼ਨ ਕਰਕੇ ਮੈਂ ਉਹਨੂੰ ਬਾਹਰ ਭੇਜੀ ਜਾਣਾ। ਹਰ ਕਿਸੇ ਨੂੰ, ਹਰ ਘਟਨਾ ਨੂੰ, ਹਰ ਸੀਨ ਨੂੰ, ਹਰ ਵਿਅਕਤੀ ਨੂੰ, ਹਰ ਪੇੜ ਪੌਦੇ ਨੂੰ, ਜੋ ਜਿਹਨੂੰ ਵੀ ਮੈਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ, ਉਹਨੂੰ ਮੈਂ ਪਿਆਰ ਭੇਜੀ ਜਾਣਾ ਹੈ। ਜਿਹੜਾ ਵੀ ਮੇਰੇ ਦਿਮਾਗ 'ਚ ਕੋਈ ਵੀ ਚੀਜ਼ ਆ ਰਹੀ ਹੈ, ਔਰ ਜਦੋਂ ਕਿ ਫਿਰ ਅਸੀਂ ਧਿਆਨ ਰੱਖਣਾ ਕਿ ਜਦੋਂ ਅਸੀਂ ਕਰਾਊਡ ਦੇ ਵਿੱਚ ਜਾਣਾ ਹੈ, ਕਿਸੇ ਨੈਗੇਟਿਵ ਸੀਨ ਦੇ ਵਿੱਚ ਜਾਣਾ ਹੈ, ਜਾਂ ਕਿਸੇ ਨੈਗੇਟਿਵ ਲੋਕਾਂ ਦੇ ਗਰੁੱਪ ਦੇ ਵਿੱਚ ਜਾਣਾ ਹੈ, ਮੈਨੂੰ ਪਤਾ ਹੈ ਕਿ ਇਹ ਲੋਕ ਜਿਹੜੇ ਨੇ ਨੈਗੇਟਿਵ ਨੇ, ਜਾਂ ਮੇਰੇ ਹੀ ਫੈਮਿਲੀ ਮੈਂਬਰ ਹੋ ਸਕਦੇ ਨੇ, ਜਿਨ੍ਹਾਂ ਦੇ ਕੋਲ ਬੈਠਣ ਦੇ ਨਾਲ ਮੇਰੀ ਚੇਤਨਾ ਦਾ ਸਤਰ ਗਿਰ ਜਾਂਦਾ ਹੈ। ਤਾਂ ਮੈਂ ਹੁਣ ਧਿਆਨ ਕੇ ਰੱਖਣਾ ਕਿ ਜਦੋਂ ਮੈਂ ਉਹਨਾਂ ਲੋਕਾਂ ਦੇ ਵਿੱਚ ਜਾਣਾ, ਜਾਂ ਉਹ ਲੋਕ ਮੇਰੀ ਤਰਫ ਆ ਰਹੇ ਨੇ, ਤਾਂ ਮੈਂ ਪਹਿਲੇ ਹੀ ਆਪਣੇ
ਦਿਲ ਦੇ ਦਰਵਾਜ਼ੇ ਉਹਨਾਂ ਲਈ ਬੰਦ ਕਰ ਲੈਣੇ ਨੇ। ਉਹੀ ਸਿੰਪਲ ਲਾਈਨ ਬੋਲ ਕੇ I close my aura to all except my higher self, ਜਾਂ ਮੇਰੇ ਦਿਲ ਦੇ ਦਰਵਾਜ਼ੇ ਅਕਾਲ ਪੁਰਖ ਜੀ ਸਿਰਫ ਤੁਹਾਡੇ ਵਾਸਤੇ ਹੀ ਖੁੱਲੇ ਨੇ। ਜਦੋਂ ਇੰਨੀ ਗੱਲ ਕਹਿ ਦਿੱਤੀ ਤਾਂ ਸਾਹਮਣੇ ਵਾਲਾ ਪਰਸਨ ਜਿੰਨੀ ਮਰਜ਼ੀ ਨੈਗੇਟਿਵਿਟੀ ਲੈ ਕੇ ਮੇਰੀ ਤਰਫ ਆ ਰਿਹਾ ਹੋਏਗਾ, ਉਹਦੀ ਨੈਗੇਟਿਵਿਟੀ ਦਾ ਅਸਰ ਮੇਰੇ ਤੇ ਨਹੀਂ ਹੋਏਗਾ, ਕਿਉਂਕਿ ਆਲਰੇਡੀ ਮੇਰੇ ਦਿਲ ਦੇ ਦਰਵਾਜ਼ੇ ਸਿਰਫ ਮੇਰੇ ਸਾਈਂ ਲਈ ਖੁੱਲੇ ਨੇ, ਉਸ ਅਕਾਲ ਪੁਰਖ ਲਈ ਖੁੱਲੇ ਨੇ, ਉਸ ਵਾਹਿਗੁਰੂ ਲਈ ਖੁੱਲੇ ਨੇ। ਫਿਰ ਅਗੇ ਜਦੋਂ ਅਸੀਂ ਸੋਣਾ ਹੈ, ਉਸੇ ਤਰੀਕੇ ਨਾਲ ਅਕਾਲ ਪੁਰਖ ਦੇ ਕੁਆਲਿਟੀਜ਼ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਗੁਣਾਂ ਦੇ ਵਿੱਚ ਆਪਣੇ ਆਪ ਨੂੰ ਸਰਾਬੋਰ ਕਰਦੇ ਹੋਏ ਅਸੀਂ ਸੋ ਜਾਣਾ। ਫੀਲ ਕਰਨਾ ਹੈ ਕਿ ਪਰਮਾਤਮਾ ਦਾ ਇਹ ਗੁਣ ਮੇਰੇ ਅੰਦਰ ਵੀ ਹੈ। ਅਗਰ ਤੁਸੀਂ ਮੇਰਾ ਪੁੱਛੋ ਤੇ ਮੈਂ ਕਿਸ ਤਰ੍ਹਾਂ ਪ੍ਰੈਕਟਿਸ ਕਰਨੀ ਆ, ਅਗਰ ਦਿਨ ਭਰ ਦੇ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਅੱਜ ਮੈਂ ਲੋ ਫੀਲ ਕਰ ਰਹੀ ਹਾਂ, ਜਾਂ ਮੈਨੂੰ ਥਕਾਵਟ ਹੈ, ਜਾਂ ਮੈਨੂੰ ਕੁਛ ਐਨਰਜੈਟਿਕ ਨਹੀਂ ਲੱਗ ਰਿਹਾ, ਤਾਂ ਮੈਂ ਫਿਰ ਦਿਨ ਦੇ ਟਾਈਮ ਵੀ ਉੱਠਦੇ ਬੈਠਦੇ ਵੀ ਮੈਂ ਕਰਨੀ ਕਿ ਬਾਬਾ ਜੀ ਤੁਸੀਂ एनर्जी ਹੋ, ਮੈਂ ਵੀ एनर्जी ਹਾਂ। तो बस मेरे अंदर वो ताकत आ रही है, मेरे अंदर वो एनर्जी आ रही है, मेरे अंदर वो एनर्जी आ रही है, तो ऑटोमेटिकली उस एनर्जी नु, क्योंकि शब्द गुरु सुरत तुम चेला, एनर्जी 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 जिससे बोली जावांगे वो एनर्जी ऑटोमेटिकली मेरी बॉडी रिसीव करनी शुरू कर देगी। तो असी रैंडमली भी कोई क्वालिटी ले सकते हैं, या सारा दिन आप जी अपने के जिस गुण ਨੂੰ ਜ਼ਰੂਰਤ ਹੈ ਅੱਜ ਦੇ ਦਿਨ 'ਚ, ਉਸ ਗੁਣ ਨੂੰ ਮੈਂ ਜਾਣਬੁੱਝ ਕੇ ਯਾਦ ਕਰਕੇ ਪਰਮਾਤਮਾ ਦੇ ਉਸ ਗੁਣ ਨੂੰ ਯਾਦ ਕਰਾਂਗੀ, ਔਰ ਆਪਣੇ ਅੰਦਰ ਮਹਿਸੂਸ ਕਰਾਂਗੀ ਕਿ ਪਰਮਾਤਮਾ ਦਾ ਗੁਣ ਮੇਰੇ ਅੰਦਰ ਜਾ ਰਿਹਾ, ਮੇਰੇ ਅੰਦਰ ਜਾ ਰਿਹਾ। ਔਰ ਤੁਸੀਂ ਕੁਝ ਟਾਈਮ ਬਾਅਦ ਦੇਖੋਗੇ ਉਸ ਗੁਣ ਨੂੰ, ਉਸ ਕੁਆਲਿਟੀ ਨੂੰ ਆਪਣੇ ਅੰਦਰ ਤੁਸੀਂ ਫੀਲ ਕਰਨਾ ਸ਼ੁਰੂ ਕਰ ਦਿਓਗੇ। ਫਿਰ 6th ਡੇ ਆ ਗਿਆ, 6ਵਾਂ ਦਿਨ। ਸੌਰੀ। ਉਹੀ ਪ੍ਰੇਅਰ, ਮੇਰੇ ਅਕਾਲ ਪੁਰਖ ਜੀ, ਮੇਰੇ ਸਾਈਂ, ਤੁਸੀਂ ਮੇਰੇ ਕ੍ਰੀਏਟਰ ਹੋ, ਜਿਹੜਾ ਤੁਹਾਡਾ ਪਿਆਰ ਹੈ ਮੈਂ ਉਹਨੂੰ ਰਿਸੀਵ ਕਰ ਰਹੀ ਹਾਂ ਹਰ ਇੱਕ ਚੀਜ਼ ਦੇ ਦੁਆਰਾ, ਕਿਉਂਕਿ ਪੇੜ ਪੌਦੇ ਪਸ਼ੂ ਪਕਸ਼ੀ ਕੁਝ ਵੀ ਆਸੇ ਪਾਸੇ ਕ੍ਰੀਏਟ ਕੀਤਾ, ਉਹ ਮੈਨੂੰ ਪਿਆਰ ਦੇਣ ਲਈ ਹੀ ਮਾਲਕ ਨੇ ਬਤਾਇਆ ਹੈ ਨਾ। ਦੇਖੋ ਪੇੜ ਸਾਨੂੰ ਫਰੂਟ ਦੇ ਰਹੇ ਨੇ, ਫਲ ਪੌਦੇ ਦੇ ਰਹੇ ਨੇ, पानी मिल रहा है, ऑक्सीजन मिल रही है, हर चीज साडे वास्ते ही बनाई है परमात्मा ने, हर चीज, और कितने खूबसूरत ढंग दे नाल उसने बना के सानू दे दी है। ਤੁਸੀਂ ਫਰੂਟ ਵੀ ਦੇਖੋਗੇ ਤੇ ਉਹਦੇ ਉੱਤੇ ਫਸਟ ਕਲਾਸ, ਜਿਸ ਤਰ੍ਹਾਂ ਅਸੀਂ ਆਪਣੇ ਬੱਚੇ ਦਾ ਟਿਫਿਨ ਕਿਸ ਤਰ੍ਹਾਂ ਰੈਪ ਕਰਕੇ ਉਹਨੂੰ ਟਿਫਿਨ 'ਚ ਪਾ ਕੇ ਬੰਦ ਕਰਕੇ ਦੇਨੇ ਆ, ਠੀਕ ਇਸੇ ਤਰੀਕੇ ਨਾਲ ਕੋਈ ਵੀ ਫਰੂਟ ਲੈ ਲਓ, ਪਰਮਾਤਮਾ ਨੇ ਉਹਨੂੰ ਰੈਪ ਕਰਕੇ ਸਾਡੇ ਲਈ ਬਣਾਇਆ। ਕੇਲਾ ਲੈ ਲਓ, ਔਰੰਜ ਲੈ ਲਓ, ਕੋਈ ਵੀ ਫਰੂਟ ਲੈ ਲਓ, ਉਹਦੇ ਲਈ ਸਾਡੇ ਉੱਤੇ ਫਸਟ ਕਲਾਸ ਉਹਨੇ ਪੈਕਿੰਗ ਕਰਕੇ ਸਾਡੇ ਲਈ ਹਰ ਚੀਜ਼ ਬਣਾਈ ਹੈ। ਤੇ ਉਹਦਾ ਪਿਆਰ ਦਰਸਾ ਰਿਹਾ ਨਾ ਪਰਮਾਤਮਾ ਦਾ, ਕਿ ਸਾਨੂੰ ਕਿੰਨਾ ਪਿਆਰ ਕਰ ਰਿਹਾ ਉਹ। ਬਾਕੀ ਤੁਸੀਂ ਦੇਖੋਗੇ ਤੇ ਖਾਣੇ ਵਾਣੇ ਦਾ ਪ੍ਰੋਸੈਸ ਤਾਂ ਹੁਣ ਚੱਲਿਆ ਹੈ, ਪਹਿਲੇ ਤਾਂ ਲੋਕੀ ਫਰੂਟ ਔਰ ਇਹ ਸਭ ਚੀਜ਼ਾਂ ਰੌ ਚੀਜ਼ਾਂ ਖਾ ਕੇ ਹੀ ਆਪਣੇ ਆਪ ਨੂੰ ਰੱਖਦੇ ਸੀਗੇ ਹੈਲਦੀ, ਔਰ ਉਦੋਂ ਹੈਲਦੀ ਰਹਿੰਦੇ ਵੀ ਸੀ, ਕਿਉਂਕਿ ਜਿਹੜੀ ਵੀ ਮੇਰੀ ਬੋਡੀ ਨੂੰ ਜ਼ਰੂਰਤ ਹੈ ਚੀਜ਼ਾਂ ਦੀ, ਉਹ ਸਾਰੀਆਂ ਚੀਜ਼ਾਂ ਐਜ਼ ਇਟ ਇਜ਼ ਪਰਮਾਤਮਾ ਨੇ ਮੇਰੇ ਲਈ ਪੈਦਾ ਕਰ ਦਿੱਤੀਆਂ ਨੇ। ਉਹਨਾਂ ਨੂੰ ਅੱਗ ਤੇ ਪਕਾਉਣ ਦੀ ਜਾਂ ਇਹਨਾਂ ਸਭ ਚੀਜ਼ਾਂ ਕਰਨ ਦੀ ਜ਼ਰੂਰਤ ਨਹੀਂ, ਉਹ ਤਾਂ ਮੂੰਹ ਦੇ ਟੇਸਟ ਵਾਸਤੇ, ਕਿਉਂਕਿ ਅਸੀਂ ਧਰਤੀ ਦੇ ਉੱਤੇ ਆ ਗਏ ਤੇ ਅਸੀਂ ਆਪਣੀ ਦਿਮਾਗ ਲੜਾਉਣਾ ਸ਼ੁਰੂ ਕਰ ਦਿੱਤਾ, ਔਰ ਚੀਜ਼ਾਂ ਨੂੰ ਟੇਸਟੀ ਬਣਾਉਣ ਦੇ ਖਾਤਰ ਉਹਨਾਂ ਦੀ ਜਿਹੜਾ ਵੈਲਿਊ ਸੀਗੀਆਂ ਉਹਨਾਂ ਦੀ, ਜਦੋਂ ਉਹਨਾਂ ਦਾ ਸਾਰ ਸੀਗਾ, ਉਸਨੂੰ ਅਸੀਂ ਖਤਮ ਵੀ ਕਰਨਾ ਸ਼ੁਰੂ ਕਰ ਦਿੱਤਾ। ਤਾਂ ਹੀ ਤਾਂ ਇਤਨੀਆਂ ਬਿਮਾਰੀਆਂ ਆ ਗਈਆਂ, ਹੁਣ ਕੋਈ ਕਾਰਨ ਨਹੀਂ ਸੀ। ਪਸ਼ੂ ਪਕਸ਼ੀ ਅੱਜ ਵੀ ਉਹੀ ਖਾ ਰਹੇ ਨੇ। 50 ਸਾਲ ਪਹਿਲੇ ਗਾਂ ਘਾਹ ਖਾਂਦੀ ਸੀ, ਚਾਰਾ ਖਾਂਦੀ ਸੀ, ਅੱਜ ਵੀ ਉਹੀ ਖਾ ਰਹੀ ਹੈ। ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੇਖੀਏ 50 ਸਾਲਾਂ ਦੇ ਅੰਦਰ ਹੀ ਕਿਤਨੀਆਂ ਚੀਜ਼ਾਂ ਨਵੀਆਂ ਆ ਗਈਆਂ, ਪੁਰਾਣਾ ਟ੍ਰੈਂਡ ਬਿਲਕੁਲ ਹੀ ਖਤਮ ਹੋਈ ਜਾ ਰਿਹਾ ਹੈ। ਤੋ ਇਹ ਪਰਮਾਤਮਾ ਦਾ ਪ੍ਰੇਮ ਹੈ ਜਿਸ ਨੇ ਸਾਡੇ ਲਈ ਹਰ ਚੀਜ਼ ਕ੍ਰੀਏਟ ਕੀਤੀ ਹੈ। ਅਸੀਂ ਉਹਨੂੰ ਕਹਿਣਾ ਹੀ ਅਕਾਲ ਪੁਰਖ ਜੀ, ਮੈਂ ਜਾਣਦੀ ਹਾਂ ਤੁਸੀਂ ਮੈਨੂੰ ਵੀ ਸਿਰਫ ਪ੍ਰੇਮ ਕਰਕੇ ਹੀ ਬਣਾਇਆ ਹੈ, ਆਪਣੇ ਪ੍ਰੇਮ ਦੇ ਵਿੱਚ ਬਣਾਇਆ ਹੈ, ਔਰ ਮੈਨੂੰ ਵੀ ਪ੍ਰੇਮ ਹੀ ਬਣਾਇਆ ਹੈ, ਔਰ ਤਾਂ ਕਿ ਮੈਂ ਇਸ ਪਿਆਰ ਨੂੰ ਹਰ ਕਿਸੇ ਨੂੰ ਦੇ ਸਕਾਂ, ਹਰ ਕਿਸੇ ਨੂੰ ਦੇ ਸਕਾਂ। ਇੱਕ ਬਹੁਤ ਖੂਬਸੂਰਤ ਜੀ ਕਹਾਣੀ ਮੈਨੂੰ ਯਾਦ ਆ ਰਹੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ। ਕਹਿੰਦੇ ਨੇ ਕਿ ਉਹ ਇੱਕ ਟਾਈਮ ਆਪਣੇ ਸਿਪਾਹੀਆਂ ਦੇ ਨਾਲ ਜਾ ਰਹੇ ਸੀ, ਔਰ ਅਚਾਨਕ ਉਹਨਾਂ ਨੂੰ ਇੱਕ ਪੱਥਰ ਲੱਗਾ ਆ ਕੇ, ਔਰ ਜਿਹੜੇ ਆਸੇ ਪਾਸੇ ਦੇ ਸਿਪਾਹੀ ਸੀ ਉਹ ਫਟਾਫਟ ਉਤਰ ਕੇ ਦੌੜਨਾ ਸ਼ੁਰੂ ਕਰਤਾ ਵੀ ਕਿਸਨੇ ਪੱਥਰ ਮਾਰਿਆ, ਕਿਸਨੇ ਪੱਥਰ ਮਾਰਿਆ। तो देखा कि बच्चे खेल रहे सी और एक बच्चे ने पत्थर मारिया, और वो पत्थर जेड़ा सीगा महाराजा रणजीत सिंह नूं लग गया, और बच्चे नूं पकड़ के लियांदा गया। और महाराजा ने रणजीत सिंह जी ने पूछा भी बेटा तू पत्थर क्यों मारिया? कहंदा महाराज जी मैं पत्थर तुहानूं नहीं मारिया, मैं तां बेरी नूं मारिया सी। कहंदा बेरी नूं पत्थर मार के, कहंदा बेरी ने तां मैनूं बेर देने सी।
मैं उन्होंने पत्थर मारदा, वो मैनू बेर देंदी है। ते महाराजा रणजीत सिंह जी, एक कहानी, एक लाइन पढ़ते पढ़ते मैनू वही कहानी याद आ गई कि परमात्मा ने हर चीज मैनू प्यार देने लिए बनाई है, ते मैनू भी सबनों प्यार देने लिए बनाया है। अगर कोई मैनू पत्थर मार रहा है, कोई मेरे नाल नेगेटिव सीन अदा कर रहा है, तो मैं ओदे नाल प्यार ही देना उन्होंने, क्योंकि मेरे को सिर्फ प्यार ही है, और प्यार दी एनर्जी उन्होंने हील करेगी इस पिछे। और कहते ने फिर महाराजा रणजीत सिंह ने उन्होंने कहा कि अगर बेरी ने तेन तू पेड़ दे पेड़ ਨੂੰ पत्थर मारिया और उन्हें तेन बेर देने सी, ते तू महाराजा रणजीत सिंह ਨੂੰ पत्थर मारिया, ते महाराजा रणजीत सिंह तेन की देगा, उन्हें कई पिंड बच्चे के नाम के उत्ते करा दिते। कि मैनू भी इस तरह ही कुछ करना चाहिए, जिस तरह पेड़ ने पत्थर खा के तेनों दिता, ते मैं पत्थर खा के तेनों कुछ देना है, पनिशमेंट नहीं देनी। साडे कोलों गलती की होगी, असीं पनिशमेंट देनी शुरू कर देने हैं, क्योंकि असी अपनी क्वालिटी नूं भुल गए कि असी फॉरगिव, असी फॉरगिव का नया अर्थ समझे असी देन लई पैदा हुए हैं। देना की है? ईश्वर का प्रेम, क्योंकि उस तो अलावा साडे कोल कोई कुछ है ही नहीं। इस करके मैं जे अपने हिरदे तो सारियां नूं माफ करनी है, या सारियां नूं माफ करदा वां, जिन्ने भी मैनू दुख पहुंचाया, जिस तरह महाराजा रणजीत सिंह ने किया। इन शॉर्ट उस स्टोरी दे विच हर गल आ गई। जिन्ने भी मेरे दुख पहुंचाने की कोशिश की या कर रहा है, मैं उस सारियां नूं, उन्हां सारियां नूं अपने जिहड़े हिरदे च मेरा जिहड़ा प्रेम कहंदे ना कि प्रेम दे नाल मेरा हिरदा भरिया दा है, सरोवर जिहड़ा मेरा हिरदे दा सरोवर है, वो प्यार दे नाल छलक रहा है। उस दे विचों प्यार ही जाना चाहिए। सामने वाला जो मर्जी मैनू करता दिखे, जिन्ना मर्जी मैनू दुख पहुंचाता होया दिखाई दिते, उन्होंने मैं प्रेम ही देना है। मैं जानती हाँ अकाल पुरख जी कि तुसी मैनू अपने वर्गा ही परफेक्ट बनाया है, जिस तरह दे तुसी परफेक्ट हो, अपने वर्गा ही तुसी मैनू बनाया है। तुहानू कोई दुख नहीं पहुंचा सकता, मैनू भी कोई दुख नहीं पहुंचा सकता। किसी च इतनी ताकत नहीं है कि कोई मैनू दुख पहुंचा सके। हाँ, मैं खुद सोच के दुख क्रिएट कर सकती हाँ, वो एक अलग गल है, लेकिन मैनू कोई दुखी नहीं कर सकता। जो मैं हाँ एग्जैक्टली मैनू कोई दुखी नहीं कर सकता। और प्लीज मेरी फॉरगिवनेस, मैं हुण जिसनों भी किसी को माफ करना है, ए समझ दे नाल माफ करना है कि कोई दूसरा बंदा है ही नहीं जिन्हों मैं माफी देनी। माफी पुराने टर्म्स एंड कंडीशन दे विच कोई है ही नहीं जिन्हों मैं माफी दे सकती है, क्योंकि माफ करना मतलब ही नहीं है। मैं प्यार नाल बनी है और मैं प्यार ही देना है। जदों हुण साडा क्वाइट पीरियड आएगा, मौन का टाइम आएगा, जिस तरह कि असीं अपने औरा नूं क्लैरीफाई करना है, अपने आप नूं परमात्मा दे गुणां दे नाल इकमिक करना है, ते जिहड़ा मेरा हायर सैल्फ है, कि असीं अपने हायर सैल्फ नूं की कहना है कि तुसीं प्लीज मेरे हायर सैल्फ मैनू उन्हां सारे लोकां दे बारे दसो जिन्हां दे लई मेरे अंदर कोई ग्रजेस ने, गुस्से ने, चिड़ है, दुख दी भावना है, गिल्ट की भावना किसी दूसरे बंदियां नूं लैके अगर मेरे अंदर है, वो सारे बंदियां दी लिस्ट मैनू भेजो। और सानू अपने एक्शन तो पता चल जाएगी कि किहड़े किहड़े बंदियां ने। हुण भी सानू तुरंत गल करते भी याद आंदा होगा कि इहदे नाल मैनू गुस्सा है, इहदे नाल मैनू गुस्सा है, इहदे तो मैनू दुख आ रहा है, इहदे वल्लों मैनू हर्ट आ रहा है। उन्हां सारे लोकां नूं अपने हिरदे दे गहराई दे उत्तों प्यार भेजना है। जिस तरह कल क्या से रामदास सरोवर नाते सब उतरे पाप कमाते। गुरु रामदास जी दी, क्योंकि पिछले दिनों च उन्हां दी गुरपुरब सीगा ते उनकी साखी काफी सारियां दिमाग च चल रही सी कि उन्होंने कितना कुछ किया गया कि सौरे घर बैठ के खा रहे हैं, सौरियां दा गुलाम बन के बैठा है, जो कुछ भी बहुत कुछ उन्होंने बोलिया गया, बचपन तो उन्होंने बोलिया जा रहा सी, लेकिन उन्होंने किसी नूं भी जवाब नहीं पलट के दिता। उन्होंने बस प्यार दे नाल अपना काम करी गए, करी गए, करी गए। और देखो उसे प्यार दे विच पंक्ति भी केड़ी आ गई, रामदास सरोवर नाते सब उतरे पाप कमाते। जितने भी पाप कमाए, पाप तो असी कमा रहे, मतलब जेडे दूसरे लोग सी उन्हां दे बारे बोल बोल के कमा रहे सी, लेकिन उन्हां दे हिरदे विच आए उन्होंने इतनी प्यार नाल उन्हां लोकां नूं भी वंडिया कि उन्हां लोकां दे भी सारे पाप धुल गए। तो वो प्यार असी अपने हिरदे च महसूस करके उन्हां सारे लोकां नूं प्यार भेजना है। और यही जान के कि कोई बंदा है ही नहीं जिहड़ा मैनू, समझ तो वही काम करनी कि कोई दूसरा बंदा है ही नहीं जिहड़ा मैनू हर्ट कर सकता है। सारा दिन दे विच
ਹਰ ਇੱਕ ਨੂੰ ਅਸੀਂ ਪਿਆਰ ਭੇਜਣਾ ਹੈ, ਪਿਆਰ ਭੇਜਣਾ ਹੈ। ਐਨੀਵਨ, ਐਨੀਥਿੰਗ, ਐਨੀ ਸਿਚੁਏਸ਼ਨ, ਹਰ ਸਿਚੁਏਸ਼ਨ ਨੂੰ, ਹਰ ਘਟਨਾ ਨੂੰ ਅਸੀਂ ਪਿਆਰ ਹੀ ਭੇਜਣਾ ਹੈ। ਔਰ ਹੈਬਿਟ ਕਿਹੜੀ ਕੰਟੀਨਿਊ ਰੱਖਣੀ ਹੈ? ਆਪਣੇ ਔਰਾਂ ਨੂੰ ਬੰਦ ਕਰਨ ਦੀ ਹੈਬਿਟ, ਕਿ ਜਿੱਥੇ ਮੈਂ ਦੇਖਣਾ ਕਿ ਕੋਈ ਨੈਗੇਟਿਵ ਚੀਜ਼ ਆ ਗਈ, ਅਸੀਂ ਜਦੋਂ ਚੋਰ ਦਰਵਾਜ਼ੇ ਆ ਰਹੇ ਹੁੰਦੇ ਨੇ, ਹਨੇਰੀ ਚੱਲ ਰਹੀ, ਫਟਾਫਟ ਖਿੜਕੀਆਂ ਦਰਵਾਜ਼ੇ ਬੰਦ ਕਰਦੇ ਹਾਂ। ਦੁਨੀਆ ਦੇ ਕਿਸੇ ਵੀ ਘਰ ਦੇ ਕਿੰਨਾ ਮਰਜ਼ੀ ਜ਼ਰੂਰੀ ਕੰਮ ਕਰ ਰਹੇ ਹੋਈਏ, ਪਤਾ ਚੱਲ ਰਿਹਾ ਹਨੇਰੀ ਆ ਰਹੀ ਹੈ, ਸਭ ਤੋਂ ਪਹਿਲੇ ਖਿੜਕੀ ਦਰਵਾਜ਼ੇ ਬੰਦ ਕਰਕੇ ਆਰਾਮ ਨਾਲ ਬੈਠ ਜਾਈਦਾ। ਠੀਕ ਹੈ, ਇਸੇ ਤਰੀਕੇ ਦੇ ਨਾਲ ਸਾਨੂੰ ਪਤਾ ਹੈ ਕਿ ਕੋਈ ਨੈਗੇਟਿਵ ਸੀਨ ਆ ਰਿਹਾ, ਕੋਈ ਨੈਗੇਟਿਵ ਪੀਪਲ ਸਾਡੀ ਤਰਫ ਆ ਰਿਹਾ, ਜਾਂ ਨੈਗੇਟਿਵ ਕਰਾਊਡ ਦੀ ਤਰਫ ਅਸੀਂ ਜਾ ਰਹੇ ਹਾਂ, ਤੁਰੰਤ ਆਪਣੇ ਹਿਰਦੇ ਦੇ ਦਰਵਾਜ਼ਿਆਂ ਨੂੰ ਬੰਦ ਕਰ ਲੈਣਾ, ਆਪਣੇ ਹਿਰਦੇ ਨੂੰ, ਤਾਂ ਕਿ ਨੈਗੇਟਿਵਿਟੀ ਸਾਡੇ ਅੰਦਰ ਆ ਨਹੀਂ ਜਾਏ। ਔਰਾਂ ਨੂੰ ਕਲੋਜ਼ ਕਰ ਲੈਣਾ। ਔਰ ਉਹ ਲੋਕ, ਜਿਨ੍ਹਾਂ ਲੋਕਾਂ ਨੂੰ ਸਾਡੀ ਫॉरगिवनेस ਦੀ ਜ਼ਰੂਰਤ ਹੈ, ਉਹਨਾਂ ਵਾਸਤੇ ਅਸੀਂ ਸਪੈਸ਼ਲ ਫੀਲ ਕਰਨਾ ਉਹਨਾਂ ਲੋਕਾਂ ਨੂੰ, ਜਿਨ੍ਹਾਂ ਲੋਕਾਂ ਦੇ ਸੋਚ, ਜਿਹੜੇ ਲੋਕੀ ਮੇਰੇ ਬਾਰੇ ਬੁਰਾ ਸੋਚ ਰਹੇ ਨੇ। ਇੱਕ ਤਾਂ ਹੈ ਮੈਂ ਕਿਸੇ ਦੇ ਬਾਰੇ ਬੁਰਾ ਸੋਚ ਰਹੀ ਹੈ, ਕਿਸੇ ਨੂੰ ਦੇਖ ਕੇ ਮੇਰੇ ਅੰਦਰ ਫੀਲਿੰਗ ਆ ਰਹੀ ਹੈ, ਗਰਜੀਜ਼ ਆ ਰਹੇ ਨੇ, ਦੁੱਖ ਦੀ ਫੀਲਿੰਗ ਆ ਰਹੀ ਹੈ, ਉਹਨਾਂ ਨੂੰ ਵੀ ਪਿਆਰ ਭੇਜਣਾ ਹੈ, ਸਭ ਕੁਝ ਕਰਨਾ ਹੈ। ਔਰ ਕੁਝ ਐਸੇ ਲੋਕ ਜੋ ਮੇਰੇ ਲਈ ਬੁਰਾ ਸੋਚ ਰਹੇ ਨੇ, ਜਿਨ੍ਹਾਂ ਦੀ ਨਜ਼ਰਾਂ ਦੇ ਵਿੱਚ ਮੈਂ ਬਹੁਤ ਬੁਰੀ ਹਾਂ, ਜਿਹੜੇ ਮੇਰੇ ਬਾਰੇ ਬਹੁਤ ਗਲਤ ਸੋਚ ਰੱਖ ਰਹੇ ਨੇ, ਉਹਨਾਂ ਲੋਕਾਂ ਵਾਸਤੇ ਵੀ ਅਸੀਂ ਕੁਝ ਸਪੈਸ਼ਲ ਸ਼ਬਦ, ਕੁਝ ਸਪੈਸ਼ਲ ਕਾਈਂਡਨੈਸ, ਕੁਝ ਅੱਛੀਆਂ ਚੀਜ਼ਾਂ, ਅੱਛੀਆਂ ਪੰਕਤੀਆਂ ਉਹਨਾਂ ਦੇ ਬਾਰੇ ਅਸੀਂ ਸੋਚਣਾ ਹੈ। ਔਰ ਉਹ ਵਿਚਾਰ ਲੈ ਕੇ ਹੀ ਅਸੀਂ ਸਾਰਾ ਦਿਨ ਉਹਨਾਂ ਨੂੰ ਪਿਆਰ ਦੀ એનર્ਜੀ, ਉਹਨਾਂ ਚੀਜ਼ਾਂ ਨੂੰ ਭੇਜੀ ਤੁਰੀ ਜਾਣੀ ਹੈ। ਫਿਰ ਜਦੋਂ ਰਾਤੀ ਅਸੀਂ ਸੋਚਣਾ ਹੈ ਅਗੇਨ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦੀ ਸਾਨੂੰ ਦੁੱਖ ਪਹੁੰਚਾ ਰਹੇ ਨੇ, ਡਰ ਪਹੁੰਚਾ ਰਹੇ ਨੇ, ਜੋ ਕੁਝ ਵੀ ਸਾਡੇ ਅੰਦਰ ਨੈਗੇਟਿਵ ਸੀਨ ਆ ਰਹੇ ਨੇ, ਉਹਨਾਂ ਸਾਰੇ ਲੋਕਾਂ ਨੂੰ ਅਸੀਂ ਪਿਆਰ ਦੀ એનર્ਜੀ ਭੇਜਣੀ ਹੈ। ਕਿਉਂਕਿ ਅਸੀਂ ਪਿਆਰ ਦਾ ਇੱਕ ਨਵਾਂ ਅਰਥ ਸਮਝਿਆ ਹੈ 6th ਚੈਪਟਰ ਦੇ ਵਿੱਚ। ਉਸ ਪਿਆਰ ਦੇ ਅਰਥ ਨੂੰ ਸਮਝ ਕੇ ਹਰ ਬੰਦੇ ਨੂੰ ਅਸੀਂ ਪਿਆਰ ਹੀ ਕਰਨਾ ਹੈ। ਬਹੁਤ ਹੀ ਗਹਿਰਾ ਟੌਪਿਕ ਹੈ ਇਹ ਵਾਲਾ, ਪਿਆਰ ਭੇਜਣਾ, ਪਿਆਰ ਮਹਿਸੂਸ ਕਰਨਾ ਔਰ ਪਿਆਰ ਨੂੰ ਭੇਜੀ ਜਾਣਾ। ਜਿਹੜਾ 7ਵਾਂ ਦਿਨ ਹੈ, ਔਰ ਇੱਕ ਫਿਰ ਸਪੈਸ਼ਲ ਪ੍ਰੇਅਰ ਹੈ ਅੱਜ ਵਾਸਤੇ। ਉਹੀ ਮੇਰੇ ਅਕਾਲ ਪੁਰਖ ਜੀ, ਮੇਰੇ ਪਿਆਰੇ ਕ੍ਰੀਏਟਰ, ਤੁਸੀਂ ਮੈਨੂੰ ਬਣਾਇਆ ਆਪਣੀ ਹੋਂਦ ਵਿੱਚੋਂ, ਆਪਣੇ ਵਰਗਾ ਹੀ, ਬਿਲਕੁਲ ਆਪਣੇ ਵਰਗਾ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਉਸ ਸੋਚ ਦੇ ਨਾਲ ਬਣਾਇਆ, ਇੱਕ ਥਾਟ ਦੇ ਨਾਲ ਤੁਸੀਂ ਮੈਨੂੰ ਕ੍ਰੀਏਟ ਕੀਤਾ। ਔਰ ਜਿਸ ਥਾਟ ਦੇ ਵਿੱਚ ਤੁਸੀਂ ਇਤਨੀ ਖੂਬਸੂਰਤ ਦੁਨੀਆ ਬਣਾ ਦਿੱਤੀ, ਮੈਨੂੰ ਵੀ ਉਸ ਖੂਬਸੂਰਤ ਵਿਚਾਰ ਦਾ ਹੀ ਹਿੱਸਾ ਬਣਾ ਲਿਆ, ਕਿਉਂਕਿ ਉਸ ਵਿਚਾਰ ਦੇ ਵਿੱਚੋਂ ਮੈਂ ਕ੍ਰੀਏਟ ਹੋਈ, ਜਿਸ ਖੂਬਸੂਰਤੀ ਦੇ ਵਿਚਾਰ ਨਾਲ ਪਰਮਾਤਮਾ ਨੇ ਕ੍ਰੀਏਟ ਕੀਤਾ। ਜਿਸ ਤਰ੍ਹਾਂ ਕਿ ਦੇਖੋ ਕਿ ਅਗਰ ਮੈਂ ਇੱਕ ਫੁੱਲ ਦਾ ਗੁਲਦਸਤਾ ਹੈ, ਮੈਂ ਗੁਲਦਸਤਾ ਇੱਕ ਬਣਾ ਰਹੀ ਹਾਂ, ਬੰਚ ਲੈ ਕੇ ਇੱਧਰੋਂ ਉੱਧਰੋਂ ਸਾਰੇ ਫੁੱਲ ਇਕੱਠੇ ਕਰ ਕਰਕੇ, ਤੇ ਹਰ ਫੁੱਲ ਨੂੰ ਮੈਂ ਖੂਬਸੂਰਤੀ ਨੇ, ਹਰ ਫੁੱਲ ਦੀ ਖੂਬਸੂਰਤੀ ਨੂੰ ਲੈ ਕੇ ਮੈਂ ਉਸ ਬੰਚ ਦੇ ਵਿੱਚ ਪਾਵਾਂਗੀ। ਠੀਕ ਇਸੇ ਤਰੀਕੇ ਨਾਲ ਜਦੋਂ ਪਰਮਾਤਮਾ ਨੇ ਖੂਬਸੂਰਤ ਜਿਹੀ ਦੁਨੀਆ ਬਣਾਈ, ਦੁਨੀਆ ਦੇ ਵਿੱਚ ਹਰ ਉਹਨੇ ਲਿਵਿੰਗ, ਨॉन ਲਿਵਿੰਗ, ਪਸ਼ੂ ਪਕਸ਼ੀ, ਜਾਨਵਰ, ਕੀੜੇ ਮਕੌੜੇ, ਪਤੰਗੇ, ਪਤਾ ਨਹੀਂ ਕਿਤਨੇ ਕਿਤਨੀ ਜੋਨੀਆਂ ਉਹਨੇ ਬਣਾ ਕੇ ਦੇ ਦਿੱਤੀਆਂ। ਲੇਕਿਨ ਜਦੋਂ ਉਹਨੇ ਮੈਨੂੰ ਬਣਾਇਆ, ਮੈਨੂੰ ਉਹਨੇ ਚੂਜ਼ ਕੀਤਾ, ਤੇ ਮੇਰੇ ਚ ਉਹਨੇ ਕੋਈ ਕਮੀ ਨਹੀਂ ਰੱਖੀ। ਮੈਨੂੰ ਉਹਨੇ ਆਪਣੇ ਵਾਲੇ ਸਾਰੇ ਗੁਣ ਮੇਰੇ ਅੰਦਰ ਪਾ ਦਿੱਤੇ। ਉਹਦੇ ਅੰਦਰ ਕਿਹੜਾ ਗੁਣ ਹੈ? ਉਹ ਸੋਚ ਸਕਦਾ ਹੈ, ਵਿਚਾਰ ਕਰ ਸਕਦਾ ਹੈ। ਜਿਸ ਤਰ੍ਹਾਂ ਕਿ ਅਸੀਂ ਕਿਹਾ ਕਿ ਪਸ਼ੂ ਪਕਸ਼ੀ ਵਿਚਾਰ ਨਹੀਂ ਕਰ ਸਕਦੇ, ਇਹ ਗੁਣ ਵੀ ਉਹਨੇ ਮੇਰੇ ਆਪਣਾ, ਜਿਹੜਾ ਬਾਕੀਆਂ ਨੂੰ ਨਹੀਂ ਦਿੱਤਾ, ਇਹ ਗੁਣ ਉਹਨੇ ਮੇਰੇ ਅੰਦਰ ਪਾ ਦਿੱਤਾ। ਮੈਂ ਸੋਚ ਸਕਦੇ ਹਾਂ, ਮੀਨਸ ਅਸੀਂ ਸੋਚ ਸਕਦੇ ਹਾਂ। ਫਿਰ ਉਹ ਆਪਣੀ ਦੁਨੀਆ ਦਾ ਬੇਤਾਜ ਬਾਦਸ਼ਾਹ ਹੈ, ਉਹ ਜੋ ਚਾਹੇ ਕਰ ਸਕਦਾ ਹੈ, ਫ੍ਰੀ ਵਿਲ ਹੈ, ਉਹਦੀ ਫ੍ਰੀ ਵਿਲ ਹੈ। ਉਹ ਫ੍ਰੀ ਵਿਲ ਉਹਨੇ ਮੈਨੂੰ ਵੀ ਦੇ ਦਿੱਤੀ ਹੈ। ਹਰ ਇੱਕ ਦੇ ਅੰਦਰ, ਮੈਨੂੰ ਮੀਨਸ ਜਿਤਨੇ ਵੀ ਅਸੀਂ ਜੀਵ ਆ, ਇਨਸਾਨ ਦੇ ਰੂਪ ਵਿੱਚ ਅਸੀਂ ਜਿਤਨੇ ਵੀ ਲੋਕ ਆ, ਸਾਨੂੰ ਉਹਨੇ ਦੋ ਚੀਜ਼ਾਂ ਖਾਸ ਦੇ ਦਿੱਤੀਆਂ, ਇੱਕ ਫ੍ਰੀ ਵਿਲ ਔਰ ਇੱਕ ਸੋਚਣ ਦੀ ਸ਼ਕਤੀ, ਵਿਚਾਰ ਕਰਨ ਦੀ ਸ਼ਕਤੀ। ਇਹ ਦੋ ਕੁਆਲਿਟੀ ਵੀ ਉਹਨੇ ਬਿਲਕੁਲ ਆਪਣੇ ਵਰਗੀ ਬਣਾ ਕੇ, ਬਿਲਕੁਲ ਆਪਣੇ ਵਰਗਾ ਮੈਨੂੰ ਬਣਾ ਦਿੱਤਾ। ਤੇ ਉਹਦੇ ਲਈ ਤੁਹਾਡਾ ਬਾਬਾ ਜੀ, ਅਕਾਲ ਪੁਰਖ ਜੀ, ਸਰਵ ਸ਼ਕਤੀਮਾਨ, ਦਿਆਲੂ, ਕਿਰਪਾਲੂ ਮਹਾਰਾਜ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੁਸੀਂ ਤਾਂ ਮੈਨੂੰ ਆਪਣੀ ਵਰਗੀ ਐਗਜ਼ੈਕਟ ਇਮੇਜ ਵਾਂਗੂ, ਜਿਸ ਤਰ੍ਹਾਂ ਦੇ ਤੁਸੀਂ ਸੀ, ਹੂਬਹੂ ਡੁਪਲੀਕੇਟ, ਮੈਨੂੰ ਤੁਸੀਂ ਆਪਣੇ ਵਰਗਾ ਬਣਾ ਲਿਆ। ਔਰ ਜਿਸ ਤਰ੍ਹਾਂ ਤੁਸੀਂ ਕ੍ਰੀਏਟਰ ਹੋ, ਤੁਸੀਂ ਮੈਨੂੰ ਵੀ ਕ੍ਰੀਏਟਰ ਬਣਾਤਾ, ਕਿਉਂਕਿ ਥਾਟ ਦੇ ਨਾਲ ਮੈਂ ਕ੍ਰੀਏਟ ਕਰ ਸਕਦੀ ਹਾਂ। ਵਿਚਾਰ ਦੇ ਨਾਲ ਤੁਸੀਂ ਇੰਨੀ ਵੱਡੀ ਦੁਨੀਆ ਕ੍ਰੀਏਟ ਕਰਤੀ, ਮੈਂ ਆਪਣੇ ਵਿਚਾਰ ਦੇ ਨਾਲ ਆਪਣੀ ਦੁਨੀਆ ਦੇ ਵਿੱਚ ਜੋ ਚਾਹੇ ਕ੍ਰੀਏਟ ਕਰ ਸਕਦੀ ਹਾਂ। ਇਹ ਸਮਝ ਵੀ ਤੁਸੀਂ ਮੈਨੂੰ ਦੇ ਦਿੱਤੀ। ਹੁਣ ਮੈਂ ਤੁਹਾਡੇ ਕੋਲੋਂ ਚਾਹਨੀ ਹਾਂ ਕਿ ਜਿਹੜੇ
ਤੁਹਾਡੇ ਵਿਚਾਰ ਸੀ ਜਦੋਂ ਤੁਸੀਂ ਮੈਨੂੰ ਕ੍ਰੀਏਟ ਕੀਤਾ, ਤੁਸੀਂ ਮੈਨੂੰ ਕ੍ਰੀਏਟ ਕੀਤਾ ਪੂਰੇ ਪਿਆਰ ਦੇ ਨਾਲ, ਪੂਰੇ ਆਨੰਦ ਦੇ ਨਾਲ, ਪੂਰੀ ਅਬੰਡੈਂਸ ਦੇ ਨਾਲ ਔਰ ਸ਼ਾਂਤੀ ਦੇ ਨਾਲ। ਔਰ ਇੱਥੇ ਅਸੀਂ ਇੱਕ ਸ਼ਬਦ ਹੋਰ ਜੋੜ ਦਈਏ, ਤੰਦਰੁਸਤੀ ਦੇ ਨਾਲ। ਪੂਰਾ ਤੁਸੀਂ ਮੈਨੂੰ ਐਜ਼ ਇਟ ਇਜ਼ ਤੁਸੀਂ ਆਪਣੇ ਵਰਗਾ ਬਣਾ ਦਿੱਤਾ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਆਪਣੇ ਵਰਗਾ ਬਣਾਉਣ ਲਈ। ਔਰ ਜਿਹੜਾ ਸਾਡਾ ਹੁਣ ਮੌਨ ਦਾ ਟਾਈਮ ਆਏਗਾ 15 ਮਿੰਟ ਦਾ, ਅਸੀਂ ਆਪਣੇ ਹਾਇਰ ਸੈਲਫ ਨੂੰ ਕਹਿਣਾ ਹੈ ਕਿ ਤੁਸੀਂ ਮੇਰੇ ਥਾਟ ਪ੍ਰੋਸੈਸ ਦੇ ਵਿੱਚ ਜੋ ਐਰਰਸ ਨੇ, ਜੋ ਗਲਤੀਆਂ ਨੇ, ਕਿਉਂਕਿ ਮੇਰੇ ਸੋਚਣ ਦੇ ਤਰੀਕੇ 'ਚ ਕੁਝ ਗਲਤੀ ਹੋ ਗਈ ਹੋਏਗੀ, ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਆ ਰਿਹਾ ਹੈ, ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਗਰੀਬੀ ਹੈ, ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਡਰ ਹੈ, ਤਾਂ ਹੀ ਮੇਰੀ ਜ਼ਿੰਦਗੀ ਦੇ ਵਿੱਚ ਬਿਮਾਰੀ ਹੈ। ਔਰ ਅਸੀਂ ਫਿਰ ਜਿਹੜੇ ਖੋਜ ਕਰੀ ਜਾਣੇ ਕਿ ਮੇਰੇ ਥਾਟ ਪ੍ਰੋਸੈਸ ਦੇ ਵਿੱਚ ਕਿਹੜੀਆਂ ਗਲਤੀਆਂ ਨੇ, ਕਿਹੜਾ ਐਰਰ ਹੈ ਮੇਰੇ ਥਾਟ ਦੇ ਵਿੱਚ। ਔਰ ਜਦੋਂ ਅਸੀਂ ਰਾਤੀ ਸੌਣ ਲਈ ਜਾਵਾਂਗੇ ਤੇ ਇੱਕ ਖੂਬਸੂਰਤ ਜਿਹੀ ਐਕਸਰਸਾਈਜ਼ ਫਿਰ ਤੋਂ ਕਰਾਂਗੇ। ਜਿਹੜੇ ਲੋਕ ਅਸੀਂ ਦੇਖਾਂਗੇ, ਜਿਹੜੇ ਲੋਕੀ ਮੇਰੇ ਨਾਲ, ਜੋ ਵੀ ਮੇਰੇ ਨਾਲ ਸੀਨ ਚੱਲ ਰਿਹਾ ਪੂਰੇ ਦਿਨ ਦੇ ਵਿੱਚ, XYZ ਕੁਝ ਵੀ ਚੱਲ ਰਿਹਾ, ਅਗਰ ਕੁਝ ਨੈਗੇਟਿਵ ਸੀਨ ਚੱਲ ਰਿਹਾ ਹੈ, ਸਾਹਮਣੇ ਵਾਲੇ ਬੰਦੇ ਨੇ ਕੁਝ ਮੇਰੇ ਨਾਲ ਨੈਗੇਟਿਵ ਕਰ ਦਿੱਤਾ ਹੈ, ਤੇ ਅਸੀਂ ਸਾਹਮਣੇ ਵਾਲੇ ਨੂੰ ਦੋਸ਼ ਨਹੀਂ ਦੇਣਾ ਹੈ ਕਿ ਉਹਦੀ ਗਲਤੀ ਹੈ। ਉਹਦੀ ਗਲਤੀ ਨਹੀਂ ਹੈ, ਉਹ ਤਾਂ ਮੇਰਾ ਮਿਰਰ ਹੈ, ਮੇਰਾ ਸ਼ੀਸ਼ਾ ਹੈ। ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਦੇਖਿਆ ਕਿ ਬੇਰੀ ਨੂੰ ਉਹਨਾਂ ਨੇ ਆਪਣਾ ਸ਼ੀਸ਼ਾ ਬਣਾ ਲਿਆ ਕਿ ਬੇਰੀ ਅਗਰ ਪੱਥਰ ਮਾਰਨ ਤੇ ਬੇਰ ਦੇ ਸਕਦਾ ਹੈ ਤਾਂ ਪੇੜ, ਤੇ ਮੈਂ ਰਾਜਾ ਹੋ ਕੇ ਪੱਥਰ ਮਾਰਨ ਦੇ ਉੱਤੇ ਕੀ ਦੇ ਸਕਦਾ। ਠੀਕ ਇਸੇ ਤਰੀਕੇ ਨਾਲ ਅਗਰ ਨੈਗੇਟਿਵ ਸੀਨ ਕਰ ਰਿਹਾ ਤੇ ਮੈਂ ਆਪਣੇ ਅੰਦਰ ਜਾ ਕੇ ਝਾਤੀ ਮਾਰਨੀ ਹੈ, ਆਪਣੇ ਅੰਦਰ ਜਾ ਕੇ ਖੋਜ ਕਰਨੀ ਹੈ ਕਿ ਮੇਰੇ ਥਾਟ ਪ੍ਰੋਸੈਸ ਦੇ ਵਿੱਚ ਐਸਾ ਕੀ ਹੈ ਗਲਤ, ਮੈਂ ਗਲਤ ਸੋਚ ਰਹੀ, ਕਿਉਂਕਿ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਮੇਰੇ ਗਲਤ ਚੀਜ਼ਾਂ ਪਈਆਂ ਹੋਈਆਂ ਨੇ, ਉਹ ਮੈਨੂੰ ਦਿਖਾਈ ਨਹੀਂ ਦੇ ਰਹੀਆਂ। ਜਿਸ ਤਰ੍ਹਾਂ ਮੈਨੂੰ ਆਪਣੇ ਚਿਹਰੇ ਦੇ ਉੱਤੇ ਅਗਰ ਕੁਝ ਦਿਖਾਈ ਦੇਣਾ ਤੇ ਮੈਨੂੰ ਸ਼ੀਸ਼ਾ ਚਾਹੀਦਾ ਹੈ। ਸ਼ੀਸ਼ੇ ਦੇ ਉੱਤੇ ਦੇਖ ਕੇ ਮੇਰੇ ਅਗਰ ਬਿੰਦੀ ਠੀਕ ਨਹੀਂ ਲੱਗੀ, ਜਾਂ ਮੇਰਾ ਹੇਅਰ ਸਟਾਈਲ ਠੀਕ ਨਹੀਂ, ਜਾਂ ਮੇਰੇ ਕੱਪੜੇ 'ਚ ਕੁਝ ਜੋ ਕੁਝ ਵੀ ਹੈ, ਮੈਂ ਆਪਣੇ ਜਾ ਕੇ ਚੀਜ਼ਾਂ ਨੂੰ ਠੀਕ ਕਰਦੀ ਹਾਂ ਕਿ ਹਾਂ ਮੇਰਾ ਫੇਸ ਠੀਕ ਹੈ, ਲਿਪਸਟਿਕ ਠੀਕ ਹੈ, ਕੱਜਲ ਵਗੈਰਾ ਠੀਕ ਹੈ, ਚਸ਼ਮਾ ਠੀਕ ਹੈ, ਜੋ ਕੁਝ ਵੀ ਮੈਂ ਸ਼ੀਸ਼ੇ ਦੇ ਉੱਤੇ ਜਾ ਕੇ ਉਹ ਨਹੀਂ ਕਰਦੀ ਹਾਂ ਕਿ ਮੈਂ ਸ਼ੀਸ਼ੇ ਦੇ ਉੱਤੇ ਜਾ ਕੇ ਚੀਜ਼ਾਂ ਨੂੰ ਠੀਕ ਕਰਦੀ ਹਾਂ। ਸ਼ੀਸ਼ੇ ਨੂੰ ਦੇਖ ਕੇ ਮੈਂ ਆਪਣੇ ਅੰਦਰ ਚੇਂਜਸ ਲੈ ਕੇ ਆਉਂਦੀ ਹਾਂ, ਆਪਣੇ ਅੰਦਰ ਜਿਹੜੀ ਗਲਤੀ ਮੇਰੇ ਚਿਹਰੇ ਦੇ ਉੱਤੇ ਹੈ, ਜਿਹੜੀ ਮੈਨੂੰ ਗਲਤੀ ਦਿਖਾਈ ਦੇ ਰਹੀ ਹੈ, ਉਹਨੂੰ ਮੈਂ ਠੀਕ ਕਰਦੀ ਹਾਂ। ਠੀਕ ਇਸੇ ਤਰੀਕੇ ਨਾਲ ਜਿਹੜੇ ਲੋਕ ਮੇਰੀ ਜ਼ਿੰਦਗੀ ਦੇ ਵਿੱਚ ਸਾਹਮਣੇ ਖੜੇ, ਉਹ ਮੇਰੇ ਅੰਦਰ ਦਾ ਥਾਟ ਪ੍ਰੋਸੈਸ ਦੱਸ ਰਹੇ ਨੇ, ਜਿਹੜੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਚੀਜ਼ਾਂ ਪਈਆਂ ਹੋਈਆਂ ਨੇ। ਇਹ ਬਹੁਤ ਹੀ ਖੂਬਸੂਰਤ ਜੀ ਐਕਸਰਸਾਈਜ਼ ਹੈ, ਜਦੋਂ ਅਸੀਂ ਕਰਾਂਗੇ ਤਾਂ ਸਾਨੂੰ ਪਤਾ ਚੱਲੇਗਾ ਕਿ ਗਲਤੀ ਸਾਹਮਣੇ ਵਾਲੇ ਦੀ ਨਹੀਂ ਹੈ, ਸਾਡੀ ਆਪਣੀ ਗਲਤੀ ਹੈ, ਸਾਡੇ ਆਪਣੀ ਕੋਈ ਮਾਨਤਾ, ਸਾਡੇ ਆਪਣੇ ਕੋਈ ਰੂਟ ਕਾਜ਼, ਕੋਈ ਥਾਟ ਪੈਟਰਨ ਜਿਹੜਾ ਕਿ ਅੰਦਰ ਪਿਛਲੇ ਕਈ ਜਨਮਾਂ ਦਾ ਪਿਆ ਹੈ। ਔਰ ਸਾਹਮਣੇ ਵਾਲਾ ਬੰਦਾ ਤਾਂ ਸਿਰਫ ਇੱਕ ਮਿਰਰ ਹੈ, ਸਾਨੂੰ ਯਾਦ ਦਿਲਾ ਰਿਹਾ ਹੈ ਕਿ ਤੇਰੇ ਅੰਦਰ ਇਹ ਪੈਟਰਨ ਹੈ, ਜਿਹੜੇ ਕਿ ਅਸੀਂ ਪਹਿਲੇ ਇੱਕ ਦਿਨ ਜਦੋਂ ਚੈਪਟਰ ਕੀਤਾ ਸੀ ਉਹਦੇ 'ਚ ਅਸੀਂ ਦੱਸਿਆ ਵੀ ਸੀਗਾ ਕਿ ਅਗਰ ਇਹ ਫੀਲਿੰਗ ਆ ਰਹੀ ਹੈ ਤੇ ਕੋਈ ਸਾਨੂੰ ਛੋੜ ਕੇ ਗਿਆ, ਮੰਨ ਲਓ ਫੈਮਿਲੀ ਮੈਂਬਰ ਸਾਨੂੰ ਛੱਡ ਗਿਆ, ਤੇ ਉਹ ਸਾਨੂੰ ਇਸ ਦੇ ਲਈ ਛੱਡ ਕੇ ਗਿਆ ਕਿ ਅਸੀਂ ਆਪਣੇ ਪੈਰਾਂ ਤੇ ਖੜੇ ਹੋ ਜਾਈਏ। ਅਗਰ ਕੋਈ ਗੁੱਸਾ ਕਰ ਰਿਹਾ ਤੇ ਮੈਨੂੰ ਫॉरगिवनेस ਦਾ ਮਤਲਬ ਕਿ ਸਾਨੂੰ ਪ੍ਰੇਮ ਸਿਖਾਉਣਾ ਚਾਹ ਰਿਹਾ ਹੈ, ਯਾਨੀ ਮੇਰੇ ਅੰਦਰ ਦੀਆਂ ਕੁਆਲਿਟੀਜ਼ ਨੂੰ ਐਨਹਾਂਸ ਕਰਨ ਲਈ ਸਾਹਮਣੇ ਵਾਲਾ ਬੰਦਾ ਨੈਗੇਟਿਵ ਰੋਲ ਅਦਾ ਕਰ ਰਿਹਾ ਹੈ। ਇਹ ਉਸਦੀ ਇਹ ਸਾਨੂੰ ਤਾਂ ਥੈਂਕਸ ਕਹਿਣਾ ਚਾਹੀਦਾ ਕਿ ਤੂੰ ਨੈਗੇਟਿਵ ਰੋਲ ਅਦਾ ਕਰ ਰਿਹਾ ਹੈ ਔਰ ਮੈਨੂੰ ਪਤਾ ਚੱਲ ਰਿਹਾ ਕਿ ਮੇਰੇ ਅੰਦਰ ਦੀ ਗੰਦਗੀ ਕੀ ਹੈ, ਕਿਉਂਕਿ ਸਾਹਮਣੇ ਵਾਲਾ ਆईना ਹੈ। ਅਸੀਂ ਆਪਣਾ, ਹੁਣ ਮੈਂ ਇੱਥੇ ਬੈਠੀ ਹਾਂ ਸ਼ੀਸ਼ੇ ਦੇ ਵਿੱਚ, ਮੈਂ ਸਿਰਫ ਆਪਣਾ ਫਰੰਟ ਸਾਈਡ ਦੇਖ ਸਕਦੀ ਹਾਂ, बैक साइड में नहीं देख सकती कि मेरे पीछे भी अगर कुछ गलत है या कुछ गलत कुछ लगा है। तो मेरे आसे पासे परमात्मा ने मिरर बना के रखे ने, 24 घंटे शीशे लैके लोग मेरे सामने खड़े ने। फिर मेरे अंदरों जिहड़े भाव निकलते ने, इमोशंस निकलदियां ने, अगर मेरिया वो इमोशंस परमात्मा की फीलिंग्स के नाल मैच नहीं कर रही तो मैनू अलर्ट हो जाना चाहिए कि मेरा और परमात्मा की ट्यूनिंग दे विच कुछ गलती हो गई। तो मैं अपनी ट्यूनिंग नो, अपने रेडियो स्टेशन नो सैट करना है, ना कि सामने वाले नो कहना है कि भी तू अपने आप नो बदल। मैं अपना हुण एक पर्सनल एक्सपीरियंस होर तुहानूं शेयर कर दियां कि अगर विचार की गल चल रही है तो 2 दिन पहले मेरी बैक पेन बहुत ज्यादा सी। ऑफ कोर्स घर के काम वगैरह निकाले तो दिमाग दे विच जिस माइंड आ गया कि हाँ बई घर के काम किते, इस पिछे दर्द हो गई क्योंकि नॉन स्टॉप काम किया। मैसेज भी आई आ रहे सी, एज नहीं है ना, आफ्टर 60 तुसी इतना काम करोगे तो बैक पेन तो होएगी ना।
मैं भी थोड़ी देर बैठ के सोच गई, क्योंकि ਅਸੀਂ ਮਾਇਆ ਦੀ ਦੁਨੀਆ 'ਚ ਤੇ ਇੱਕ ਟਾਈਮ ਉਸ ਦੁਨੀਆ ਦੇ ਵਿੱਚ ਲਿਪਤ ਹੋ ਜਾਂਦੇ ਆ, ਔਰ ਉਸੇ ਤਰੀਕੇ ਨਾਲ ਸਾਡਾ ਥਾਟ ਪੈਟਰਨ ਚੱਲ ਜਾਂਦਾ ਹੈ। ਇੱਕ ਦਿਨ ਪੂਰਾ ਬੈਠ ਕੇ ਬੋਡੀ ਨੂੰ ਰੈਸਟ ਦਿੱਤਾ, ਬੋਡੀ ਨੂੰ ਰੈਸਟ ਦੇ ਕੇ ਵੀ ਦੇਖਿਆ ਕਿ ਕੋਈ ਕਹਾਣੀ ਨਹੀਂ ਬਣ ਰਹੀ ਦਰਦ ਤੋਂ। ਉਸੇ ਤਰੀਕੇ ਨਾਲ ਦਵਾਈ ਤੋਂ ਖੈਰ ਮੈਂ ਲੈਂਦੀ नहीं, पेन ऑइंटमेंट जो भी मालिश वगैरह करनी सी, मूव और ये सब लगा के देख रही सी। और माफी का प्रोसेस नॉन स्टॉप चालू सी, माफी मंगी जा रही सी बॉडी कोलों, अपनी बैक कोलों कि मैं तेरे को बहुत ज्यादा काम ले लिया, आई एम सॉरी, तेरे को बहुत ज्यादा काम ले लिया। लेकिन मैं देखा कि मेरे दर्द के विच कुछ फर्क नहीं पिया। ते जदों सैकेंड डे सी, जिस तरह कल का दिन, तो सवेरे उठदियां सार देखा कि भाई हुण अज भी क्या उसे प्रोसेस से चलना है। तो तुरंत क्योंकि फ्री विल याद आ गई कि मेरी फ्री विल है, मैं जो चाहे वो कर सकती है, मैं अपनी दुनिया की खुद ही क्रिएटर हाँ। अगर मैं एक थॉट के नाल बीमार हो सकती है तो मैं अपने थॉट को चेंज करके ठीक भी हो सकती हूँ। तुरंत अपने आप को हीलिंग, अपने AMSY ने बुलाया, जो भी अपने प्रोसेस करते सी असीं वो सारे प्रोसेस किया। दर्द कल भी सारा दिन रही, इस टाइम भी थोड़ी थोड़ी दर्द है नहीं, मैं कह सकती कि दर्द तो पूरी पूरी बाहर आ गई। लेकिन हाँ इतनी नहीं है कि मैं वो दर्द नूं मैं अपने, आज तो मैं कोई ऑइंटमेंट भी नहीं लगाई है, कोई कोई बाम नहीं लगाई, कोई तेल नहीं, कुछ नहीं लगाया, सिंपल एज इट इज, सिर्फ थॉट प्रोसेस थॉट प्रोसेस थॉट प्रोसेस कि परमात्मा हेल्थ है और तू भी हेल्थ है, तो परमात्मा बीमार नहीं हो सकता, बीमारी तू अपनी सोच नाल क्रिएट की है। और देखो आज बैक पेन तो मैं बाहर आ गई हूँ, किस करके, क्योंकि अपनी फ्री विल नु और अपने थॉट प्रोसेस नु चेंज करके ठीक इसे तरीके नाल हाँ एक चीज दसना भुल गई, जड़ी बैक पेन आई है क्यों आई है। फिर जदों मैं बैठ के क्योंकि हील योर बॉडी मेरे को बुक भी है लुइस हे दी, सारिਆਂ ਦੇ ਕੋਲ बुक होनी चाहिए है, ਜਿਹੜੇ ਜਿਹੜੇ ਵੀ ਇਹਨੂੰ ਸੁਣ ਰਹੇ ਹੋ बुक ਨੂੰ ਜ਼ਰੂਰ ਆਪਣੇ ਘਰ ਦੇ ਵਿੱਚ ਰੱਖਣ। ਉਹਦੇ ਚ A to Z ਪੂਰੇ ਦੇ ਪੂਰੇ ਉਹਨਾਂ ਨੇ ਜਿਹੜੀਆਂ ਸਾਨੂੰ ਬਿਮਾਰੀਆਂ ਨੇ ਉਹਨਾਂ ਦੇ ਨਾਮ ਦਿੱਤੇ ਗਏ ਨੇ। ਉਹਦੇ ਲਈ ਥਾਟ ਪ੍ਰੋਸੈਸ ਦਿੱਤਾ ਗਿਆ ਕਿ ਕਿਹੜੇ ਥਾਟ ਪ੍ਰੋਸੈਸ ਨਾਲ ਬਿਮਾਰੀ ਆਉਂਦੀ ਹੈ ਔਰ ਅਗੇਂਸਟ ਕਿਹੜਾ ਥਾਟ ਪ੍ਰੋਸੈਸ ਕਰਾਂਗੇ ਤੇ ਉਹ ਬਿਮਾਰੀ ਚਲੀ ਜਾਂਦੀ ਹੈ। ਇਸ ਬੁੱਕ ਨੂੰ ਮੈਂ ਘੱਟ ਤੋਂ ਘੱਟ ਮੇਰੇ ਖਿਆਲ 15-20 ਸਾਲ ਹੋ ਗਏ ਮੈਂ ਕੰਸਲਟ ਕਰਦੀ ਹਾਂ। ਜਦੋਂ ਵੀ ਕੋਈ ਤਕਲੀਫ ਆਉਂਦੀ ਹੈ और मैं वो बुक नु कंसल्ट करती हूँ और थॉट पैटर्न देखती हूँ कि भाई केड़े थॉट के नाल चीज आई, फिर अपनी जिंदगी दे विच रिलेट करके देखती हूँ कि यस मैं पिछले दिनों च सोचिया क्या, अगर सोचिया तो उस सोच नु तुरंत डिवाइन थॉट जिहड़ा कि इस चैप्टर दे विच 7th डे दे विच उन्होंने दस्सिया कि सिंगल विचार दे नाल परमात्मा दे उस एक विचार दे नाल जिसने उसने मैनू बनाया, मैनू मीनस सानू सारियां नू, एक जीव नू, एक इंसान नू बनाया, उस थॉट दे नाल उस विचार नू एक मिक कर देना ना और फिर उहदे नाल सारा दिन अपना बिताना। जदों जदों भी बीमारी दा थॉट आंदा या दर्द दा विचार आंदा तो तुरंत अपने आप नू कहना आंदा नहीं, यू आर गॉड, तैनू परमात्मा ने अपने वर्गा बनाया, दर्द हो ही नहीं सकता। हाँ यह डर बैठा होया इस चीज का, जिहड़ी क्योंकि बैक पेन एक दर्द दे विचों एक ओहदा एक अलग प्रोसेस है, वो असीं किसी होर टाइम जदों यह बुक खत्म हो जाएगी असीं जरूर शेयर करांगे किसी टाइम दे उत्ते। ते ਉਹ थॉट ਨੂੰ ਉਹਨਾਂ ਚੀਜ਼ਾਂ ਨੂੰ ਫਿਰ ਨਿਕਾਲਣਾ ਹੁੰਦਾ ਆਪਣੇ ਅੰਦਰ ਜਾ ਕੇ, ਇੱਕ ਅਲੱਗ ਪ੍ਰੋਸੈਸ ਹੈ। ਲੇਕਿਨ ਜਦੋਂ ਅਸੀਂ ਹੁਣ ਇੱਥੇ ਬੈਠਾਂਗੇ, ਜਿਸ ਤਰ੍ਹਾਂ ਇਹ ਗੱਲ ਕਹੀ ਹੈ ਇਹਦੇ ਚ ਕਿ ਜਦੋਂ ਸਾਹਮਣੇ ਵਾਲਾ ਬੰਦਾ ਸਾਨੂੰ ਉਹਨੂੰ ਮਿਰਰ ਕਰਕੇ ਲੈਣਾ, ਕਿਉਂਕਿ ਮੈਂ ਦਰਦ ਨੂੰ ਮਿਰਰ ਕਰਕੇ ਲਿਆ ਕਿ ਮੇਰਾ ਦਰਦ ਮੇਰਾ ਮਿਰਰ ਹੈ, ਮੈਨੂੰ ਦਰਦ ਹੋ ਨਹੀਂ ਸਕਦੀ, तो क्यों दर्द आई, तो फिर तुरंत अपने थॉट प्रोसेस, अपने सबकॉन्शियस माइंड ਦੇ ਵਿੱਚ ਜਿਹੜਾ ਦਰਦ, ਜਿਹੜਾ ਡਰ ਛਿਪਿਆ ਹੋਇਆ ਸੀ ਉਹ ਦਿਖਾਈ ਦਿੱਤਾ ਤੇ ਕੰਮ ਉਸ ਡਰ ਦੇ ਉੱਤੇ ਕੀਤਾ ਗਿਆ, ਨਾ ਕਿ ਦਰਦ ਦੇ ਉੱਤੇ। ਹੁਣ ਵੀ ਜਦੋਂ ਦਰਦ ਹੁੰਦੀ ਹੈ, ਦਰਦ ਦੀ ਫੀਲਿੰਗ ਆਉਂਦੀ ਹੈ ਤੇ ਤੁਰੰਤ ਉਸ ਡਰ ਦੇ ਉੱਤੇ ਕੰਮ ਕੀਤਾ ਜਾਂਦਾ ਹੈ। ਉਸ ਡਰ ਦੀ ਫੀਲਿੰਗ ਨੂੰ ਉਹ 6 ਪੰਕਤੀਆਂ ਬੋਲੀਆਂ ਜਾਂਦੀਆਂ ਨੇ ਜਿਹੜੀਆਂ ਕਿ ਅਸੀਂ ਚੈਪਟਰ ਦੇ ਵਿੱਚ ਸਿੱਖੀਆਂ ਨੇ, 6 ਪੰਕਤੀਆਂ, ਕਿਉਂਕਿ ਹਰ ਇਨਸੀਡੈਂਟ ਨੂੰ, ਹਰ ਘਟਨਾ ਨੂੰ, ਹਰ ਵਿਚਾਰ ਨੂੰ ਹੀਲ करना है, हर विचार ਨੂੰ ਹੀਲ करना है, ताकि ਜਿਹੜੇ ਵਿਚਾਰ ਸਾਡੇ ਆਸੇ ਪਾਸੇ ਘੁੰਮ ਰਹੇ ਨੇ, ਨੌਨ ਸਟਾਪ ਘੁੰਮੀ ਜਾ ਰਹੇ ਨੇ, ਅਗਰ ਸਾਡੇ ਕੋਲ ਉਹ ਅੱਖਾਂ ਹੋਣ, ਦਿव्य ਅੱਖਾਂ, ਤੇ ਸਾਨੂੰ ਦਿਖਣਗੇ ਵਿਚਾਰ ਘੁੰਮ ਰਹੇ ਨੇ। और ਇਹ ਵਿਚਾਰ ਮੈਂ ਆਪਣੇ ਖਰੀਦ ਲਾ, ਜਿਹਦਾ ਬਾਜ਼ਾਰ ਗਏ ਸਬਜ਼ੀ ਖਰੀਦ ਰਹੀ ਹੈ, ਚਾਹੀਦੀ ਹੈ ਨਹੀਂ ਚਾਹੀਦੀ, ਲੇਕਿਨ ਹੁਣ ਦਿੱਕਤ ਕੀ ਹੈ ਕਿ ਸਾਨੂੰ ਦਿਖ ਕੁਝ ਨਹੀਂ ਰਿਹਾ, ਲੇਕਿਨ ਅਨਸੀਨ ਦੇ ਵਿੱਚ ਪ੍ਰੋਸੈਸ ਚੱਲੀ ਜਾ ਰਿਹਾ। और मैं जिस चीज लिए ओपन हो चीज मेरे को आ जाती है तो मैंने पता नहीं चलता। और ਉਹਦੇ ਲਈ ਅਵੇਅਰਨੈਸ ਵਧਾਉਣ ਲਈ ਇਹ ਸਾਰੀਆਂ ਪ੍ਰਾਰਥਨਾਵਾਂ ਸਾਨੂੰ ਔਰ ਇਹ ਸਾਰੀ ਬੁੱਕ ਸਾਨੂੰ ਗਾਈਡ ਕਰਨ ਲਈ ਹੈ। ਔਰ ਆਈ ਹੋਪ ਮੈਂ ਜਿਹੜਾ 7th ਚੈਪਟਰ ਹੈ 7th ਡੇ ਦਾ,
ਉਹ ਵੀ ਕਲੀਅਰ ਕਰ ਦਿੱਤਾ ਹੈ। 5 ਮਿੰਟ ਹੋਰ ਉੱਪਰ ਹੋ ਗਏ ਨੇ ਸਾਡੇ। ਅਗਰ ਇਹ ਪ੍ਰੋਸੈਸ ਹਾਲੇ ਵੀ ਕੁਝ ਕਲੈਰਿਟੀ ਤੁਹਾਨੂੰ ਚਾਹ ਰਹੀ ਹੈ ਤੇ ਅਸੀਂ ਜ਼ਰੂਰ ਕਲੈਰਿਟੀ ਦੇ ਵਿੱਚ ਕਲੀਅਰ ਕਰਾਂਗੇ 2-4 ਮਿੰਟ ਦੇ ਵਿੱਚ। ਅਗਰ ਨਹੀਂ ਤੇ ਅਸੀਂ ਧਿਆਨ ਦੇ ਵਿੱਚ ਬੈਠਾਂਗੇ, ਕਿਉਂਕਿ ਧਿਆਨ ਇੱਕ ਐਸੀ ਚੀਜ਼ ਹੈ ਜਿਸ ਦੇ ਨਾਲ ਆਟੋਮੈਟਿਕਲੀ ਹਰ ਚੀਜ਼ ਆਪਣੇ ਆਪ ਕਲੀਅਰ ਹੋ ਜਾਂਦੀ ਹੈ। ਜਦੋਂ ਅਸੀਂ ਧਿਆਨ ਦੇ ਵਿੱਚ ਬੈਠਦੇ ਹਾਂ ਤੇ ਆਟੋਮੈਟਿਕਲੀ ਚੀਜ਼ਾਂ ਸਾਡੇ ਸਾਹਮਣੇ ਆ ਜਾਂਦੀਆਂ। ਮੈਂ ਵੀ ਜਦੋਂ ਧਿਆਨ ਦੇ ਵਿੱਚ ਬੈਠੀ ਤਦ ਮੈਨੂੰ ਪਤਾ ਤਾਂ ਸੀਗਾ ਕਿ ਇਹ ਪ੍ਰੋਸੈਸ ਹੈ, ਬੈਕ ਪੇਨ ਦਾ ਕਾਰਨ ਇਹ ਹੈ, ਲੇਕਿਨ ਕਿਸ ਚੀਜ਼ ਦਾ ਡਰ ਬੈਠਾ ਹੋਇਆ, ਕਿਹੜੀਆਂ ਚੀਜ਼ਾਂ ਸੀ, ਜਦੋਂ ਮੈਡੀਟੇਸ਼ਨ 'ਚ ਬੈਠਦੇ ਹਾਂ ਆਪਣੇ ਆਪ ਨਾਲ ਜਾ ਕੇ ਬੈਠਦੇ ਹਾਂ, ਡੀਪ ਆਪਣੇ ਆਪ ਨਾਲ ਬੈਠਦੇ ਹਾਂ, ਉਹ ਚੀਜ਼ਾਂ ਸਾਨੂੰ ਕਲੀਅਰ ਦਿਖਾਈ ਦੇਣੀਆਂ ਸ਼ੁਰੂ ਹੋ ਜਾਂਦੀਆਂ ਨੇ। ਆਈ ਹੋਪ ਹੁਣ ਤੁਹਾਡੇ ਸਾਰਿਆਂ ਦਾ ਵੀ ਐਕਸਪੀਰੀਅੰਸ ਹੋਏਗਾ। तो अगर ऐसा क्लियर है तो ਅਸੀਂ ਹੁਣ ਧਿਆਨ ਦੀ ਤਰਫ ਚੱਲਾਂਗੇ। Yes, Manpreet, are you there? Yes, hello. Yes, ma'am. हो गया। Okay, तो फिर ਅਸੀਂ ਧਿਆਨ ਦੀ ਤਰਫ ਚੱਲਾਂਗੇ। हेलो। Yes, ma'am. ਤੇ ਅਸੀਂ ਧਿਆਨ ਦੀ ਤਰਫ ओके मैम। तो ਅਸੀਂ ਧਿਆਨ ਦੀ ਤਰਫ ਚੱਲਨੇ ਆ। ਚਸ਼ਮੇ ਨੂੰ ਉਤਾਰ ਦਿਆਂਗੇ, ਅੱਖਾਂ ਨੂੰ ਬੰਦ ਕਰਾਂਗੇ, ਸੁਖ ਆਸਨ ਦੇ ਵਿੱਚ ਬੈਠ ਜਾਵਾਂਗੇ। ਅਗਰ ਸੁਖ ਆਸਨ ਦੇ ਵਿੱਚ ਨਹੀਂ ਬੈਠ ਸਕਦੇ ਤੇ ਆਪਣੀ ਸੋਫੇ ਤੇ ਬੈਠੇ ਆ ਜਾਂ ਕੁਰਸੀ ਦੇ ਉੱਤੇ ਬੈਠੇ ਆ, ਹੱਥਾਂ ਨੂੰ ਕ੍ਰੋਸ ਕਰ ਲਾਂਗੇ, ਹੱਥਾਂ ਨੂੰ ਕ੍ਰੋਸ, ਚਿੱਤ ਬਿਲਕੁਲ ਸ਼ਾਂਤ। ਪਾਣੀ ਦਾ ਇੱਕ ਘੁੱਟ ਜ਼ਰੂਰ ਪੀਵਾਂਗੇ ਅਸੀਂ, ਕਿਉਂਕਿ ਸਾਡੇ ਅੰਦਰ 80%, 75 ਤੋਂ 80% ਪਾਣੀ ਹੈ। ਔਰ ਹੁਣ ਅਸੀਂ ਉਸ ਹਾਇਰ એનર્ਜੀ ਦੇ ਨਾਲ ਆਪਣੇ ਆਪ ਨੂੰ ਜੋੜਨਾ ਹੈ। ਤੇ ਹਾਇਰ એનર્ਜੀ ਨਾਲ ਜੋੜਨ ਲਈ ਜਿਹੜਾ ਸਾਡੇ ਅੰਦਰ ਦਾ ਪਾਣੀ ਹੈ ਉਸ ਦਾ ਤਾਪਮਾਨ ਔਰ ਉਹ ਦੋਨਾਂ ਦਾ ਮਤਲਬ ਜਿਹੜਾ ਉਹ ਹੈ ਬਰਾਬਰ ਰਹੇ, एकदम बैलेंस रह जाए। इस बैलेंस करने में पानी का पीना बहुत जरूरी है, नहीं तो एनर्जी थोड़ी जनी हाई हो जाती है, हायर की तरफ आ रहे हैं। बिल्कुल शांत है, बिल्कुल शांत, मन रिलैक्स, ध्यान श्वास के उत्ते, श्वास श्वास सिमरो गोबिंद, मन अंतर की उतरे चिंद काई। इत्थे सिमर करन नूं क्या है, सिमरन करन नूं क्या है, याद करन नूं क्या है। याद जिहड़ी सतत नॉन स्टॉप अपने आप चलती रहती है। याद और विचार दोनों च अंतर है। सिमरन विचार बाहरों आंदा है, याद अंदर बनी हुंदी है। श्वास अंदर, ब्रीथ इन, ब्रीथ आउट, बिल्कुल स्टिल। श्वास लेना नहीं है, जस्ट ऑब्जर्व द
देखना है अपनी प्यारियां श्वास ਨੂੰ, कोमल जिहियां श्वासां ਨੂੰ। साडी श्वास अपने आप चलती है। Just observe the breath. एक ओंकार, एके तो ही ओंकार की उत्पत्ति हुई है। एका माई जुगत व्याई, तीन चेले परवान। एक संसारी, एक भंडारे, एक लाए दीवान।
सोच, ना कोई विचार। श्वास ਨੂੰ ਦੇਖੀ, श्वास आ रहा है, श्वास जा रहा है। श्वास ਨੂੰ फील करना है। उसके अंदर दी उस शून्यता ਨੂੰ वैक्यूम ਨੂੰ फील करिए। कुछ सेकंड, कुछ पल का है। एक ओंकार, सतनाम, वो अटल सच्चाई है। वो सच्चाई जिसको कोई भी बदल नहीं सकता। कर्ता पुरख, क्रिएट, विचारां दे नाल उसने सिंगल विचार नाल सारी धरती क्रिएट की। आई एम आल्सो क्रिएट। मैं भी जो विचारां दे नाल चाहां वो क्रिएट कर सकती है। स्वास्थ्य, निर्भाव, एक अवस्था, स्टेट ऑफ माइंड। एक विचार है, किसी भी पैसे का, खेत का, लड़ाई का, किसी भी किस्म
अपनी ਕਿਸੇ ਨਾਲ ਵੈਰ ਨਹੀਂ, ਸਿਰਫ ਦੇਣਾ। ਦੇਣਾ ਉਸ ਪ੍ਰੇਮ ਮੇਰਾ ਨਸੀਬ ਬਣਿਆ। शरीर धारण नहीं करता, जूना दे विच नहीं। जूनी साहिबा कृपा नाल कहानी गुरु अकाल अवस्था है। आसे पासे सारी दुनिया बना के व्यवस्था अकाल कैसे उस अवस्था तक पहुंच अकाल व्यवस्था
बल्दियां में। Last 3 minutes, masters. ऐसा व्यवस्था से होना वास्ते ताकि निर्भव अवस्था नु प्राप्त कर सकते जड़ी उन्होंने की हुई। जैसी अवस्था वैसी व्यवस्था। ਦਾ ਜਾਪ ਇੱਕ ਨਵੀਂ ਸਮਝ ਦੇ ਨਾਲ ਕਰਨਾ ਹੈ। सब गोविंद है, सब गोविंद है, गोविंद बिन नहीं। चाहे वो अवस्था है, चाहे वो व्यवस्था है, अकाल पुरख का ही पसारा। फोकस एक कहते एक ओंकार। तीन गुणों का बनया होया पुत्र रज तम सत। निर्वैर अवस्था। ध्यान धीरे धीरे अपनी बॉडी की तरफ लेके आइए, हत्थां पैरों की तरफ थोड़ा अपनी चेतना नूं लेके आइए, हाथ पैर हिलाइए। 10 9 8 7 6 5 4 3 2 1 and 0।
ਸਾਰਾ ਧਿਆਨ ਆਪਣੇ ਸਰੀਰ ਦੀ ਤਰਫ, ਹੱਥ ਪੈਰਾਂ ਨੂੰ ਹਿਲਾਈਏ, ਆਪਣੀ ਚੇਤਨਾ ਨੂੰ ਆਪਣੇ ਆਸੇ-ਪਾਸੇ ਦੀ ਦੁਨੀਆ ਦੀ ਨਾਲ ਜੋੜੀਏ। ਹੱਥਾਂ ਨੂੰ ਆਪਣੀ ਅੱਖਾਂ ਦੇ ਉੱਤੇ ਰੱਖੀਏ। ਉਸ એનર્ਜੀ ਨੂੰ, ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਜੋ ਅਸੀਂ ਹੁਣੇ ਲਈ ਹੈ, ਫੀਲ ਕਰੀਏ ਅੱਖਾਂ ਦੇ ਰਾਹੀਂ। Five, 4, 3, 2, 1 and 0। ਹੱਸਦੇ ਹੋਏ, ਮੁਸਕਰਾਉਂਦੇ ਹੋਏ, ਹਥੇਲੀਆਂ ਦੇ ਵਿੱਚ ਹੀ ਆਪਣੀ ਅੱਖਾਂ ਨੂੰ ਖੋਲਦੇ ਹੋਏ ਧਿਆਨ ਤੋਂ ਬਾਹਰ ਆ ਜਾਈਏ। Thank you. Thank you, ma'am, for this wonderful session. Thank you so much. Thanks ਤੁਹਾਡੇ ਸਾਰਿਆਂ ਦਾ ਵੀ ਥੈਂਕਸ। ਉਸ ਅਕਾਲ ਪੁਰਖ ਦਾ, ਉਸ ਮਾਲਕ ਦਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਫॉर ਬੀਇੰਗ ਇਨ ਮਾਈ ਲਾਈਫ। ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਉਸ ਅਕਾਲ ਪੁਰਖ ਦਾ ਧੰਨਵਾਦ। ਥੈਂਕ ਯੂ।